वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 174। ਸਿੰਘ ਕੈਦੀਆਂ ਦਾ ਕਾਫਲਾ ਸਰਹੰਦੋਂ ਦਿੱਲੀ ਵੱਲ ਰਵਾਨਾ। ਜ਼ਕਰੀਆ ਖਾਨ ਦੇ ਹੁਕਮ ਨਾਲ ਕੈਦੀਆਂ ਦਾ ਕਾਫਲਾ ਸਰਹੰਦੋਂ ਅੱਗੇ ਨੂੰ ਰਵਾਨਾ ਹੋਇਆ। ਕਰਨਾਲ ਅਤੇ ਪਾਣੀਪਤ ਦਿਆਂ ਸ਼ਹਿਰਾਂ ਵਿੱਚ ਦੀ ਲੰਘਦਿਆਂ ਮੁਸਲਮਾਨ ਵਸੋਂ ਰਾਹ ਦੇ ਦੋਹੀਂ ਪਾਸੀ ਆਣ ਖਲੋਤੀ। ਇੰਨੀ ਥਾਈਂ ਵੀ ਸਰਹੰਦ ਵਾਂਗ ਹੀ ਕੈਦੀਆਂ ਉੱਤੇ ਆਵਾਜ਼ੇ ਕੱਸੇ ਗਏ। ਗਾਲੀ ਗਲੋਚ, ਬਕਵਾਸ, ਹੱਥਾਂ ਨਾਲ ਗੰਦੇ ਮੰਦੇ ਇਸ਼ਾਰੇ ਅਤੇ ਚਿੜਾਉਣ ਵਾਲੀਆਂ ਸਾਰੀਆਂ ਕੋਝੀਆਂ ਹਰਕਤਾਂ ਲੋਕੀ ਪਏ ਕਰਨ। ਕੋਈ ਅੱਗੇ ਵੱਧ ਮਿੱਟੀ ਘੱਟਾ ਉੱਤੇ ਸੁੱਟੇ, ਕੋਈ ਢੀਮਾ ਮਾਰੇ, ਸਾਂਗਾਂ ਲਾਉਣ ਅਤੇ ਤਰ੍ਹਾਂ ਤਰ੍ਹਾਂ ਦੇ ਮਖੌਲ ਉਡਾਉਣ, ਉਂਗਲਾਂ ਚੁੱਕਣ, ਸੀਟੀਆਂ ਵਜਾਉਣ, ਨੱਕ ਚੜਾ ਚੜਾ ਮੂੰਹ ਚੜਾਉਣ ਅਤੇ ਦੂਰੋਂ ਕੈਦੀਆਂ ਵੱਲ ਥੁੱਕਣ। ਕੈਦੀ ਇਸ ਹਾਂ ਹੂੰ ਤੋਂ ਬੇਖਬਰ ਆਪਣੀ ਮਸਤੀ ਵਿੱਚ ਬੜੀ ਉੱਚੀ ਸੁਰ ਨਾਲ ਗੁਰੂ ਸਾਹਿਬ ਦੇ ਉਚਾਰੇ ਹੋਏ ਸ਼ਬਦ ਪੜ੍ਹਦੇ ਹੋਏ ਤੁਰੇ ਜਾਂਦੇ ਸਨ। ਕੱਲ੍ਹ ਤੱਕ ਜਿਨ੍ਹਾਂ ਦਾ ਨਾਮ ਸੁਣ ਕੇ ਖੂਨ ਖੁਸ਼ਕ ਹੋ ਜਾਂਦਾ ਸੀ, ਅੱਜ ਹੋਣੀ ਉਹਨਾਂ ਨਾਲ ਐਡਾ ਮਾੜਾ ਸਲੂਕ ਕਰਵਾ ਰਹੀ ਸੀ। ਇਹ ਸਮੇਂ ਦਾ ਚੱਕਰ ਹੈ। ਆਜ਼ਾਦ ਹਾਲਤ ਵਿੱਚ ਇਹਨਾਂ ਲੋਕਾਂ ਆਪਣੇ ਜਾਹੋ ਜਲਾਲ ਨਾਲ ਇਹਨਾਂ ਸ਼ਹਿਰਾਂ ਵਿੱਚ ਦੀ ਲੰਘਣਾ ਹੁੰਦਾ ਤਾਂ ਇਹ ਮੱਛਰੀ ਹੋਈ ਵਸੋ ਸ਼ਹਿਰ ਅਤੇ ਘਰ-ਬਾਰ ਸੁੰਨੇ ਛੱਡ ਕਈ ਕੋ ਰਸਤਿਓਂ ਦੂਰ ਨਿਕਲ ਜਾਂਦੇ। ਇਹਨਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਝਾਕਣਾ ਤਾਂ ਬਹੁਤ ਦੂਰ ਦੀ ਗੱਲ ਸੀ। 27 ਫਰਵਰੀ ਸੰਨ 1716 ਈਸਵੀ ਨੂੰ ਕੈਦੀਆਂ ਦੇ ਕਾਫਲੇ ਦੀ ਅਗਰਾਬਾਦ ਪੁੱਜਣ ਦੀ ਖਬਰ ਫਰਖਸ਼ੀਰ ਬਾਦਸ਼ਾਹ ਨੂੰ ਦਿੱਲੀ ਪੁੱਜੀ। ਬਾਦਸ਼ਾਹ ਵੱਲੋਂ ਇਤਮਾਦ ਦੌਲਾ ਮੁਹੰਮਦ ਅਮੀਨ ਖਾਨ ਨੂੰ ਹੁਕਮ ਹੋਇਆ ਕਿ ਉਹ ਇੱਕਦਮ ਆਪ ਬਾਹਰ ਜਾਵੇ ਅਤੇ ਬਾਗੀ ਸਿੱਖ ਆਗੂ ਬੰਦਾ ਸਿੰਘ ਅਤੇ ਉਸਦੇ ਕੈਦੀ ਸਾਥੀਆਂ ਨੂੰ ਕਿਸੇ ਵਿਸ਼ੇਸ਼ ਰੂਪ ਵਿੱਚ ਅਗਰਾਬਾਦ ਤੋਂ ਸ਼ਾਹੀ ਮਹਿਲ ਲੈ ਕੇ ਆਵੇ। 29 ਫਰਵਰੀ 1716 ਈਸਵੀ ਵਾਲੇ ਦਿਨ ਬੰਦਾ ਸਿੰਘ ਅਤੇ ਉਸਦੇ ਸਾਥੀਆਂ ਨੂੰ ਇੱਕ ਜਲੂਸ ਦੀ ਸ਼ਕਲ ਵਿੱਚ ਦਿੱਲੀ ਸ਼ਹਿਰ ਅੰਦਰ ਲਿਆਂਦਾ ਗਿਆ। ਇਸ ਉਚੇਚੀ ਕਿਸਮ ਦੇ ਜਲੂਸ ਦਾ ਮਨੋਰਥ ਸਿੱਖ ਕੈਦੀਆਂ ਨੂੰ ਕੋਝੇ ਤੋਂ ਕੋਝੇ ਅਤੇ ਸਿਰੇ ਦੀ ਨਿਰਾਦਰੀ ਭਰੇ ਰੂਪ ਵਿੱਚ ਲੋਕਾਂ ਸਾਹਮਣੇ ਪੇਸ਼ ਕਰਨਾ ਸੀ। ਕਿਉਂਕਿ 6 ਸਾਲ ਹੋ ਗਏ ਸਨ ਮੁਗਲਾਂ ਦੇ ਵਕਾਰ, ਰੌਹਬ ਅਤੇ ਦਬਦਬੇ ਨੂੰ ਸਿੱਖਾਂ ਦੇ ਪੈਰਾਂ ਥੱਲੇ ਰੁਲਦੇ ਨੂੰ। ਲੋਕ ਸਮਝਦੇ ਸਨ ਕਿ ਮੁਗਲ ਹਾਕਮਾਂ ਵਿੱਚ ਕੋਈ ਸਾਹ ਸੱਤ ਨਹੀਂ ਰਹਿ ਗਿਆ। ਉਸ ਵਕਾਰ ਨੂੰ ਬਹਾਲ ਕਰਨਾ ਸੀ। ਇਸ ਮੌਕੇ ਤੇ ਵਿਖਾਵੇ ਦਾ ਉਹ ਹੀ ਤਰੀਕਾ ਵਰਤਿਆ ਗਿਆ ਜੋ ਸ਼ਿਵਾ ਜੀ ਦੇ ਪੁੱਤਰ ਸ਼ੰਭਾ ਜੀ ਦੇ ਫੜੇ ਜਾਣ ਤੇ ਪੇਸ਼ ਕਰਨ ਵੇਲੇ ਵਰਤਿਆ ਗਿਆ ਸੀ। ਸਭ ਤੋਂ ਅੱਗੇ ਨੇਜਿਆਂ ਉੱਤੇ ਟੰਗੇ ਹੋਏ 3000 ਭੂਸੇ ਨਾਲ ਭਰੇ ਹੋਏ ਸਿੰਘਾਂ ਦੇ ਸਿਰ ਸਨ। ਉਹਨਾਂ ਦੇ ਖੁੱਲ੍ਹੇ ਲੰਮੇ ਕਾਲੇ ਵਾਲ ਹਵਾ ਵਿੱਚ ਲਹਿਰਾ ਰਹੇ ਸਨ। ਇਹਨਾਂ ਦੇ ਨਾਲ ਹੀ ਪਿੱਛੇ ਇੱਕ ਲੰਮੇ ਬਾਂਸ ਤੇ ਇੱਕ ਮਰੀ ਹੋਈ ਬਿੱਲੀ ਟੰਗੀ ਹੋਈ ਸੀ, ਜਿਸ ਨੂੰ ਵਿਖਾਉਣ ਦਾ ਮਤਲਬ ਇਹ ਸੀ ਕਿ ਮੁਗਲ ਸੂਰਮਿਆਂ ਨੇ ਗੁਰਦਾਸ ਨੰਗਲ ਵਿੱਚੋਂ ਸਿੱਖਾਂ ਨੂੰ ਤਾਂ ਕੀ ਸਗੋਂ ਕੁੱਤਿਆਂ ਬਿੱਲੀਆਂ ਤੱਕ ਨੂੰ ਮਾਰ ਮੁਕਾਇਆ ਹੈ। ਇਹ ਮਰੀ ਹੋਈ ਬਿੱਲੀ ਜ਼ਬਰਦਸਤ ਅਤੇ ਜੇਤੂ ਫੌਜ ਦੀ ਮਹਾਨ ਜਿੱਤ ਦਾ ਉੱਘਾ ਚਿੰਨ੍ਹ ਸੀ। ਇਹਨਾਂ ਤੋਂ ਮਗਰ ਖੁਦ ਬੰਦਾ ਸਿੰਘ ਸੀ। ਉਸ ਨੂੰ ਲੋਹੇ ਦੇ ਪਿੰਜਰੇ ਵਿੱਚ ਚੰਗੀ ਤਰ੍ਹਾਂ ਜਕੜ ਕੇ ਹਾਥੀ ਉੱਤੇ ਚੜਾਇਆ ਹੋਇਆ ਸੀ। ਉਸ ਦੀ ਮਿੱਥ ਕੇ ਨਿਰਾਦਰੀ ਕਰਨ ਲਈ ਉਸ ਦੇ ਸਿਰ ਉੱਤੇ ਤਿੱਲੇ ਦੀ ਕਢਾਈ ਵਾਲੀ ਲਾਲ ਪੱਗ ਬੱਧੀ ਹੋਈ ਸੀ ਅਤੇ ਗਲ ਅਨਾਰਾਂ ਦੇ ਫੁੱਲਾਂ ਵਾਲੀ ਲਾਲ ਪੁਸ਼ਾਕ ਪਾਈ ਹੋਈ ਸੀ। ਉਸੇ ਹਾਥੀ ਉੱਤੇ ਪਿੰਜਰੇ ਦੇ ਨਾਲ ਹੀ ਪਿਛਲੇ ਪਾਸੇ ਇੱਕ ਸੰਜੋਏ ਮੜਿਆ ਤੁਰਾਨੀ ਅਫਸਰ ਹੱਥ ਵਿੱਚ ਨੰਗੀ ਤਲਵਾਰ ਫੜੀ ਖੜਾ ਸੀ। ਬੰਦਾ ਸਿੰਘ ਦੇ ਹਾਥੀ ਦੇ ਪਿੱਛੇ ਬੇਪਲਾਣੇ ਊਠਾਂ ਉੱਤੇ 2 ਸਿੰਘ ਪਿੱਠਾਂ ਜੂੜ ਕੇ ਬਿਠਾਏ ਹੋਏ ਸਨ। ਕੁਝ ਕੁ ਜੂੜ ਕੇ ਗੱਡਿਆਂ ਉੱਤੇ ਲੱਦੇ ਹੋਏ ਸਨ। ਇਹਨਾਂ ਸਿੱਖ ਕੈਦੀਆਂ ਦੀ ਗਿਣਤੀ 740 ਲਿਖੀ ਹੋਈ ਹੈ। ਇਹਨਾਂ ਦੇ ਸਿਰਾਂ ਉੱਤੇ ਬੜੀ ਹਾਸੋਹੀਣੀ ਸ਼ਕਲ ਦੀਆਂ ਨੋਕਦਾਰ ਟੋਪੀਆਂ ਜੋ ਭੇਡ ਦੀ ਖੱਲ ਦੀਆਂ ਬਣੀਆਂ ਹੋਈਆਂ ਅਤੇ ਜਿਨ੍ਹਾਂ ਉੱਤੇ ਕੱਚ ਦੇ ਰੰਗ ਬਰੰਗੇ ਮਣਕੇ ਸੀਤੇ ਹੋਏ ਸਨ, ਪੁਆਈਆਂ ਹੋਈਆਂ ਸਨ। ਹਰ ਇੱਕ ਦਾ ਹੱਥ ਲੱਕੜ ਦੇ 2 ਡੰਡਿਆਂ ਵਿੱਚ ਘੁੱਟ ਕੇ ਉਸ ਦੀ ਧੌਣ ਨਾਲ ਬੱਧਾ ਹੋਇਆ ਸੀ। ਇਹਨਾਂ ਸਾਰਿਆਂ ਦੇ ਮੂੰਹ ਕਾਲੇ ਕੀਤੇ ਹੋਏ ਸਨ। ਬੰਦਾ ਸਿੰਘ ਬਹਾਦਰ ਦੇ ਜਰਨੈਲ ਅਤੇ ਉੱਗੇ ਸਿੰਘ ਜੋ ਬਿਲਕੁਲ ਉਸ ਦੇ ਹਾਥੀ ਦੇ ਨਾਲ ਸਨ ਦੇ ਗਲੀ ਭੇਡਾਂ ਦੀ ਖੱਲ ਪੁਆਈ ਹੋਈ ਸੀ, ਜਿਸ ਦੇ ਵਾਲ ਬਾਹਰ ਨੂੰ ਸਨ
ਤਾਂ ਕਿ ਉਹ ਰਿੱਛਾਂ ਵਾਂਗ ਦਿਸਣ। ਉਹਨਾਂ ਦੇ ਪਿੱਛੇ ਸਨ ਸਿੱਖਾਂ ਦੇ ਵੱਡੇ ਹੋਏ ਸਿਰਾਂ ਨਾਲ ਲੱਦੇ ਹੋਏ ਗੱਡੇ, ਅਤੇ ਉਹ ਗੱਡੇ ਜਿਨ੍ਹਾਂ ਉੱਤੇ ਗੁਰਦਾਸ ਨੰਗਲੋਂ ਫੜੇ ਹੋਏ ਹਥਿਆਰ ਅਤੇ ਹੋਰ ਸਾਜੋ ਸਮਾਨ ਲੱਦਿਆ ਹੋਇਆ ਸੀ। ਜਲੂਸ ਦੇ ਪਿੱਛੇ ਪਿੱਛੇ 3 ਬਾਦਸ਼ਾਹੀ ਅਮੀਰ ਘੋੜਿਆਂ ਉੱਤੇ ਚੜ੍ਹੇ ਆ ਰਹੇ ਸਨ। ਇਹ ਸਨ ਇਤਮਾਦ ਦੌਲਾ ਨਵਾਬ ਅਮੀਨ ਖਾਂ ਚੀਨ ਬਹਾਦਰ, ਜਿਸ ਨੂੰ ਬਾਦਸ਼ਾਹ ਨੇ ਹੁਕਮ ਦੇ ਕੇ ਕੈਦੀਆਂ ਨੂੰ ਇਸ ਕਿਸਮ ਦੇ ਜਲੂਸ ਦੀ ਸ਼ਕਲ ਵਿੱਚ ਲਿਆਉਣ ਲਈ ਭੇਜਿਆ ਸੀ। ਉਸ ਦਾ ਪੁੱਤਰ ਕਮਰੁਦੀਨ ਬਹਾਦਰ ਅਤੇ ਉਸ ਦਾ ਜਵਾਈ ਅਗਰਾਬਾਦ ਤੋਂ ਦਿੱਲੀ ਦੇ ਲਾਹੌਰੀ ਦਰਵਾਜ਼ੇ ਅਤੇ ਇੱਥੋਂ ਤੱਕ ਕੋਤਵਾਲੀ ਤੱਕ ਮੀਲਾਂ ਵਿੱਚ ਸੜਕ ਦੇ ਦੋਹੀਂ ਪਾਸੀਂ ਸ਼ਾਹੀ ਫੌਜਾਂ ਤੈਨਾਤ ਕੀਤੀਆਂ ਹੋਈਆਂ ਸਨ ਅਤੇ ਖਲਕਤ ਦੇ ਹਜੂਮ ਤੇ ਠੱਠਾਂ ਦੇ ਠੱਠ ਖੜੇ ਸਨ। ਉਹ ਸਾਰੇ ਬੰਦਾ ਸਿੰਘ ਅਤੇ ਉਸ ਦੇ ਸਾਥੀਆਂ ਦੇ ਇਸ ਨਿਰਾਦਰੀ ਭਰੇ ਰੂਪ ਨੂੰ ਵੇਖ ਕੇ ਫੁੱਲੇ ਨਹੀਂ ਸਨ ਸਮਾਉਂਦੇ ਅਤੇ ਖੂਬ ਟਿੱਚਰ ਮਸ਼ਕਰੀ ਕਰ ਰਹੇ ਸਨ। ਇਹਨਾਂ ਤਮਾਸ਼ਬੀਨਾਂ ਵਿੱਚ ਕਈ ਉੱਘੇ ਅਤੇ ਸਿਆਣੇ ਲਿਖਾਰੀ ਵੀ ਮੌਜੂਦ ਸਨ, ਜੋ ਸਿੱਖਾਂ ਦੀ ਦੁਰਦਸ਼ਾ ਅਤੇ ਪਿੱਛੋਂ ਹੋਣ ਵਾਲੀ ਮੌਤ ਦਾ ਨਜ਼ਾਰਾ ਤੱਕਣ ਆਏ ਸਨ। ਤੁਅੱਸਬ ਦੇ ਤੰਗ ਦਿਲੀ ਨੇ ਭਾਵੇਂ ਇਹਨਾਂ ਦੀ ਆਤਮਾ ਅਤੇ ਈਮਾਨ ਨੂੰ ਜਕੜੀ ਰੱਖਿਆ ਹੈ, ਫਿਰ ਵੀ ਜੋ ਕੁਝ ਇਹਨਾਂ ਲਿਖਿਆ ਹੈ ਉਹ ਬਹੁਮੁੱਲੀ ਇਤਿਹਾਸਕ ਗਵਾਹੀ ਬਣ ਗਿਆ ਹੈ। ਸਿੰਘਾਂ ਦੀ ਬਹਾਦਰੀ, ਜੁਰਅਤ, ਦਲੇਰੀ ਅਤੇ ਹੌਸਲੇ ਦੇ ਜੌਹਰ ਆਪ ਮੁਹਾਰੇ ਉਹਨਾਂ ਦੇ ਮੂੰਹੋਂ ਨਿਕਲ ਗਏ ਹਨ, ਜਿਨ੍ਹਾਂ ਨੂੰ ਉਹਨਾਂ ਕਲਮਬੰਦ ਕਰ ਦਿੱਤਾ ਹੈ। ਮੌਤ ਦੇ ਮੂੰਹ ਵਿੱਚ ਜਾਂਦੇ ਹੋਏ ਵੀ ਉਹ ਕੈਦੀ ਚੜ੍ਹਦੀ ਕਲਾ ਵਿੱਚ ਸਨ। ਜਰਾ ਉਹਨਾਂ ਬੰਦਿਆਂ ਦੇ ਮੂੰਹੋਂ ਸੁਣੋ ਜਿਨ੍ਹਾਂ ਪਾਸ ਸਿੰਘਾਂ ਲਈ ਇੱਕ ਵੀ ਚੰਗਾ ਸ਼ਬਦ ਮੌਜੂਦ ਨਹੀਂ। ਸਭ ਤੋਂ ਪਹਿਲਾਂ ਲਵੋ ਇਬਰਤਨਾਮਾ ਜਾਂ ਸਵਾਨਹ ਹਰੀਸੀ ਦੇ ਕਰਤਾ ਮਿਰਜ਼ਾ ਮੁਹੰਮਦ ਹਰੀਸੀ ਦੀ ਲਿਖਤ ਨੂੰ। ਇਹ ਆਦਮੀ 19 ਦਿਨੀ ਦਿੱਲੀ ਵਿੱਚ ਮੌਜੂਦ ਸੀ। ਉਹ ਬੰਦਾ ਸਿੰਘ ਅਤੇ ਉਸਦੇ ਸਾਥੀ ਸਿੱਖ ਕੈਦੀਆਂ ਦੇ ਜਲੂਸ ਦਾ ਤਮਾਸ਼ਾ ਵੇਖਣ ਲਈ ਖੁਦ ਗਿਆ ਸੀ। ਉਸ ਦਿਨ ਉਹ ਨਮਕ ਮੰਡੀ ਤੋਂ ਨਾਲ ਚੱਲ ਕੇ ਬਾਦਸ਼ਾਹੀ ਕਿਲੇ ਤੱਕ ਜਲੂਸ ਦੇ ਨਾਲ ਗਿਆ ਸੀ। ਉਸਨੇ ਇਸ ਜਲੂਸ ਦਾ ਜੋ ਹਾਲ ਲਿਖਿਆ ਹੈ, ਸਭ ਅੱਖੀਂ ਵੇਖ ਕੇ ਲਿਖਿਆ ਹੈ। ਉਹ ਦੱਸਦਾ ਹੈ, ਮੈਂ ਇਸ ਦਿਨ ਵੇਖਣ ਲਈ ਨਮਕ ਮੰਡੀ ਤੱਕ ਗਿਆ ਸੀ ਅਤੇ ਉੱਥੋਂ ਕਿਲਾ ਮੁਬਾਰਕ ਤੱਕ ਇਸ ਜਲੂਸ ਦੇ ਨਾਲ ਰਿਹਾ ਸੀ। ਸ਼ਹਿਰੀ ਵਾਸੀਆਂ ਚੋਂ ਸ਼ਾਇਦ ਹੀ ਕੋਈ ਆਦਮੀ ਐਸਾ ਹੋਵੇ ਜੋ ਇਹਨਾਂ ਸਿੱਖਾਂ ਦਾ ਅੰਤ ਹੁੰਦਾ ਵੇਖਣ ਲਈ ਘਰੋਂ ਬਾਹਰ ਨਾ ਆਇਆ ਹੋਵੇ। ਬਾਜ਼ਾਰਾਂ, ਗਲੀਆਂ ਅਤੇ ਰਸਤਿਆਂ ਵਿੱਚ ਅਜਿਹੀ ਠੱਠ ਭੀੜ ਪਹਿਲਾਂ ਕਦੇ ਨਹੀਂ ਸੀ ਵੇਖੀ ਗਈ। ਮੁਸਲਮਾਨ ਖੁਸ਼ੀ ਵਿੱਚ ਫੁੱਲੇ ਨਹੀਂ ਸਨ ਸਮਾ ਰਹੇ, ਪਰ ਉਹ ਫੜ ਕੇ ਲਿਆਂਦੇ ਹੋਏ ਬਦਨਸੀਬ ਸਿੱਖ, ਜੋ ਬੁਰੀ ਤਰ੍ਹਾਂ ਮੌਤ ਦੇ ਸਕੰਜੇ ਵਿੱਚ ਜਕੜੇ ਹੋਏ ਸਨ, ਬੜੇ ਪ੍ਰਸੰਨ ਚਿੱਤ ਅਤੇ ਆਪਣੀ ਹੋਣੀ ਬਾਰੇ ਪੂਰੇ ਹੁਲਾਸ ਵਿੱਚ ਸਨ। ਉਹਨਾਂ ਦੇ ਚਿਹਰਿਆਂ ਉੱਤੇ ਉਦਾਸੀ ਜਾਂ ਅਧੀਨਤਾ ਦਾ ਅਸਲੋਂ ਰੰਗ ਮਾਤਰ ਵੀ ਨਿਸ਼ਾਨ ਜਾਂ ਕੋਈ ਅਸਰ ਨਜ਼ਰ ਨਹੀਂ ਸੀ ਆ ਰਿਹਾ। ਸਗੋਂ ਬਹੁਤ ਸਾਰੇ ਸਿੰਘ ਊਠਾਂ ਉੱਤੇ ਉਸ ਬੱਧੀ ਹੋਈ ਹਾਲਤ ਵਿੱਚ ਸ਼ਬਦ ਪੜ੍ਹਨ ਵਿੱਚ ਪੂਰੀ ਤਰ੍ਹਾਂ ਲੀਨ ਸਨ। ਬਾਜ਼ਾਰਾਂ ਜਾਂ ਗਲੀਆਂ ਵਿੱਚ ਖੜੇ ਤਮਾਸ਼ਾਈਆਂ ਚੋਂ ਜੇ ਕੋਈ ਕਹਿੰਦਾ ਕਿ ਹੁਣ ਤੁਹਾਨੂੰ ਕਤਲ ਕਰ ਦਿੱਤਾ ਜਾਵੇਗਾ, ਤਾਂ ਉਹ ਅੱਗੋਂ ਬੇਟੋਕ ਉੱਤਰ ਦਿੰਦੇ, ਜਾਓ ਕਤਲ ਕਰ ਦਿਓ, ਅਸੀਂ ਮਰਨੋਂ ਕਦ ਡਰੇ ਹਾਂ। ਜੇ ਡਰਦੇ ਹੁੰਦੇ ਤਾਂ ਤੁਹਾਡੇ ਨਾਲ ਇੰਜ ਸਿਰ ਧੜਦੀ ਲਾ ਕੇ ਜੰਗਾਂ ਕਿਵੇਂ ਕਰਦੇ। ਸਾਨੂੰ ਤਾਂ ਸਿਰਫ ਭੁੱਖ ਅਤੇ ਖਾਦ ਖੁਰਾਕ ਦੀ ਘਾਟ ਨੇ ਤੁਹਾਡੇ ਚੁੰਗਲ ਵਿੱਚ ਫਸਾ ਦਿੱਤਾ ਹੈ, ਨਹੀਂ ਤਾਂ ਸਾਡੀ ਬਹਾਦਰੀ ਦੇ ਕਾਰਨਾਮੇ ਜੋ ਅੱਜ ਤੱਕ ਤੁਸੀਂ ਵੇਖੇ ਸਨ, ਇਸ ਤੋਂ ਕਿਤੇ ਵੱਧ ਤੁਹਾਨੂੰ ਨਜ਼ਾਰੇ ਵਿਖਾ ਦਿੰਦੇ। ਇਸ ਜਲੂਸ ਦਾ ਦੂਸਰਾ ਚਸ਼ਮਦੀਦ ਗਵਾਹ ਹੈ ਸਈਦ ਮੁਹੰਮਦ, ਜੋ ਉਸ ਵੇਲੇ ਉੱਥੇ ਹਾਜ਼ਰ ਸੀ ਅਤੇ ਉਸ ਸਮੇਂ ਦਾ ਅੱਖੀ ਡਿੱਠਾ ਨਜ਼ਾਰਾ ਆਪਣੀ ਪੁਸਤਕ ਤਬਸੁਰਾਤੁਲ ਨਾਜ਼ਰੀਨ ਵਿੱਚ ਦਿੰਦਿਆਂ ਲਿਖਿਆ ਹੈ। ਉਸ ਦਿਨ ਬੰਦਾ ਸਿੰਘ ਨੂੰ ਉਸਦੇ ਦੂਸਰੇ ਸਾਥੀਆਂ, ਜਿਨ੍ਹਾਂ ਤੇ ਸ਼ਾਹੀ ਕਰੋਧ ਟੁੱਟ ਚੁੱਕਾ ਸੀ, ਨੂੰ ਜੂੜ ਕੇ ਕਾਠ ਮਾਰ ਕੇ ਬਾਦਸ਼ਾਹ ਦੇ ਹਜ਼ੂਰ ਪੇਸ਼ ਕੀਤਾ ਗਿਆ। ਇਹ ਨਿਤਾਣਾ ਬੰਦਾ, ਜੋ ਇਹ ਸਾਰਾ ਤਮਾਸ਼ਾ ਵੇਖਣ ਲਈ ਘਰੋਂ ਬਾਹਰ ਇਸੇ ਪਾਸੇ ਆਇਆ ਸੀ, ਕੀ ਵੇਖਦਾ ਕਿ ਉਸ ਕਾਲੇ ਮੂੰਹ ਵਾਲੇ ਗੁਰੂ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰਕੇ ਹਾਥੀ ਉੱਤੇ ਬਿਠਾਇਆ ਹੋਇਆ ਹੈ। ਉਸ ਨੂੰ ਸੁਰਖ ਪੋਸ਼ਾਕ ਪੁਆਈ ਹੋਈ ਸੀ। ਲੱਕੜ ਨੂੰ ਤਰਾਸ਼ ਕੇ ਅਤੇ ਅੰਦਰੋਂ ਟੋਪੀ ਵਾਂਗ ਉਕਾਰ ਕੇ, ਜਿਸ ਵਿੱਚ 5 ਕੁ ਸੇਰ ਮਿੱਟੀ ਪੈ ਜਾਵੇ, ਮਿੱਟੀ ਨਾਲ ਭਰ ਕੇ ਉਸਦੇ ਸਿਰ ਉੱਤੇ ਪੁਆਈ ਗਈ ਸੀ, ਜਿਸ ਦੇ ਭਾਰ ਨਾਲ ਉਸਦੀ ਧੌਣ
ਝੁਕੀ ਹੋਈ ਸੀ ਅਤੇ ਉਹ ਬੜਾ ਔਖਾ ਅਤੇ ਟੇਢਾ ਹੋ ਕੇ ਬੈਠਾ ਹੋਇਆ ਸੀ। ਇੱਕ ਆਦਮੀ ਹੱਥ ਵਿੱਚ ਨੰਗੀ ਤਲਵਾਰ ਸੂਤ ਕੇ ਉਸਦੇ ਲਾਗੇ ਹੀ ਖੜਾ ਸੀ। ਉਸਦੇ ਦੂਸਰੇ ਪੈਰੋਕਾਰ ਅਤੇ ਵਿਦਰੋਹੀ ਸਾਥੀਆਂ ਨੂੰ ਕਾਠ ਨਾਲ ਜਕੜ ਕੇ ਊਠਾਂ ਤੇ ਸਵਾਰ ਕਰਾ ਕੇ ਬਾਦਸ਼ਾਹੀ ਕਿਲੇ ਦੇ ਦੀਵਾਨੇ ਆਮ ਤੱਕ ਲਿਆਂਦਾ ਗਿਆ। ਇਹ ਖੁੱਲੀ ਡੁੱਲੀ ਜਗ੍ਹਾ ਇਹਨਾਂ ਨਿਖਿੱਧ ਬੰਦਿਆਂ ਦੀਆਂ ਸਵਾਰੀਆਂ ਨਾਲ ਭਰੀ ਹੋਈ ਸੀ। ਉਸ ਵੇਲੇ ਮੈਂ ਉਹਨਾਂ ਵਿੱਚੋਂ ਇੱਕ ਨੂੰ ਹੱਥ ਨਾਲ ਇਸ਼ਾਰਾ ਕਰਕੇ ਕਿਹਾ ਕਿ ਇਹ ਹੈਂਕੜ ਅਤੇ ਤੁਹਾਡਾ ਕੀ ਨਖਰਾ ਸੀ। ਉਸ ਨੇ ਹੱਥ ਆਪਣੇ ਮੂੰਹ ਉੱਤੇ ਰੱਖਿਆ ਅਤੇ ਮੈਨੂੰ ਇਸ਼ਾਰੇ ਨਾਲ ਸਮਝਾਇਆ ਕਿ ਇਹ ਮੇਰੇ ਭਾਗਾਂ ਤੇ ਲੇਖਾਂ ਦਾ ਸਿੱਟਾ ਹੈ। ਉਸ ਵੇਲੇ ਮੈਨੂੰ ਉਸ ਦੇ ਮਨੋਭਾਵ ਦੱਸਣ ਢੰਗ ਬੜਾ ਚੰਗਾ ਲੱਗਾ। ਵੈਰੀ ਵੱਲੋਂ ਕੀਤਾ ਗਿਆ ਵਹਿਸ਼ਿਆਨਾ ਵਾਲਾ ਅਤੀ ਮੰਦਾ ਸਲੂਕ ਜੋ ਸੰਸਾਰ ਦੇ ਇਤਿਹਾਸ ਵਿੱਚ ਸ਼ਾਇਦ ਹੀ ਕਿਸੇ ਵਹਿਸ਼ੀ ਕੌਮ ਨੇ ਆਪਣੇ ਕੈਦੀਆਂ ਨਾਲ ਕੀਤਾ ਹੋਵੇ ਅਤੇ ਅਥਾਹ ਨਿਰਾਦਰ ਗੁਰੂ ਗੋਬਿੰਦ ਸਿੰਘ ਦੇ ਨਾਮ ਦੀ ਸ਼ਮਾ ਉੱਤੇ ਭੁੱਜ ਮਰਨ ਵਾਲੇ ਹਠੀ ਅਤੇ ਅਣਖੀਲੇ ਸਿੰਘਾਂ ਨੂੰ ਆਪਣੀ ਸੁਭਾਵਿਕ ਚੜ੍ਹਦੀ ਕਲਾ ਅਤੇ ਉੱਚ ਮਾਨਸਿਕ ਪੱਧਰ ਤੋਂ ਡਗਮਗਾ ਨਾ ਸਕੇ। ਉਹਨਾਂ ਨੂੰ ਸਗੋਂ ਹੋਰ ਰੋਹ ਨਾਲ ਦੂਣੀਆਂ ਲਾਲੀਆਂ ਚੜ੍ਹਦੀਆਂ ਗਈਆਂ। ਜਿਸ ਨੇ ਵੀ ਸਿੰਘਾਂ ਨੂੰ ਮੌਤ ਦੇ ਪਰਛਾਵੇਂ ਥੱਲੇ ਪੂਰੀ ਚੜ੍ਹਦੀ ਕਲਾ ਤੋਂ ਅਸਲੋਂ ਬੇਪਰਵਾਹੀ ਦੀ ਇਸ ਬੇਮਿਸਾਲ ਸਥਿਤੀ ਵਿੱਚ ਵੇਖਿਆ, ਅਸ਼ ਕਰ ਉੱਠਿਆ। ਮੁਹੰਮਦ ਹਾਦੀ ਕਾਂਵਾਰ ਖਾਨ ਦੇ ਦਿਲ ਉੱਤੇ ਜੋ ਸਿੰਘਾਂ ਦੀ ਇਸ ਬੇਨਜ਼ੀਰ ਮਨੋਬਿਰਤੀ ਦਾ ਅਸਰ ਹੋਇਆ, ਉਹ ਆਪ ਮੁਹਾਰੇ ਕਹਿੰਦਾ ਹੈ ਕਿ ਬਿਨਾਂ ਕਿਸੇ ਉਦਾਸੀ ਜਾਂ ਨਮੋਸ਼ੀ ਦੇ ਉਹ ਸ਼ਾਂਤ ਚਿੱਤ ਅਤੇ ਖਿੜੇ ਮੱਥੇ ਜਾ ਰਹੇ ਸਨ ਅਤੇ ਸ਼ਹੀਦਾਂ ਦੀ ਮੌਤ ਵਿਹਾਜਣ ਦੇ ਚਾਹਵਾਨ ਦਿਸਦੇ ਸਨ। ਇਤਿਹਾਸ ਕਿਧਰੇ ਵੀ ਇਹੋ ਜਿਹੀ ਨਜ਼ੀਰ ਪੇਸ਼ ਨਹੀਂ ਕਰਦਾ ਕਿ ਕਾਤਲ ਤਾਂ ਕੰਬ ਰਿਹਾ ਹੋਵੇ, ਉਸ ਦੇ ਦਿਲ ਵਿੱਚ ਉਥਲ ਪੁਥਲ ਹੋ ਰਹੀ ਹੋਵੇ ਅਤੇ ਕਤਲ ਹੋਣ ਵਾਲਾ ਸ਼ਾਂਤ ਚਿੱਤ ਬਿਲਕੁਲ ਅਟੰਕ ਸਗੋਂ ਪੂਰੇ ਖੇੜੇ ਵਿੱਚ ਮੌਤ ਵੱਲ ਵੱਧ ਰਿਹਾ ਹੋਵੇ। ਸਿੰਘ ਮੌਤ ਨੂੰ ਇੱਕ ਖੇਡ ਤਮਾਸ਼ਾ ਹੀ ਸਮਝਦੇ ਸਨ। ਉਪਰੋਕਤ ਜਿਨ੍ਹਾਂ ਇਤਿਹਾਸਕਾਰਾਂ ਦੀਆਂ ਅੱਖੀਂ ਡਿੱਠੀਆਂ ਗਵਾਹੀਆਂ ਦਾ ਜ਼ਿਕਰ ਕੀਤਾ ਹੈ, ਉਹ ਅਤੇ ਇਸ ਕਤਾਰ ਵਿੱਚ ਖੜੇ ਹੋਣ ਵਾਲੇ ਦੂਸਰੇ ਹੋਰ ਇਤਿਹਾਸਕਾਰ ਸਿੱਖਾਂ ਦੇ ਇਸ ਜਲੂਸ ਅਤੇ ਉਹਨਾਂ ਦੇ ਮੌਤ ਦੀ ਸ਼ਕਲ ਵਿੱਚ ਹੋਣ ਵਾਲੇ ਅੰਤ ਨੂੰ ਅਤੀ ਘ੍ਰਿਣਾ ਨਾਲ ਤਮਾਸ਼ਾ ਹੀ ਦੱਸਦੇ ਹਨ। ਬਿਲਕੁਲ ਬੇਸਮਝ ਨਿਆਣਿਆਂ ਵਾਲੀ ਬਿਰਤੀ ਦਾ ਪ੍ਰਗਟਾਵਾ ਕਰਦੇ ਹਨ ਜੋ ਪਿੰਜਰੇ ਵਿੱਚ ਫੜੇ ਚੂਹਿਆਂ ਨੂੰ ਮਾਰਨ ਲਈ ਬਾਹਰ ਖੁੱਲੀ ਥਾਂ ਵੱਲ ਲਈ ਜਾ ਰਹੇ ਹੋਣ ਅਤੇ ਉਹਨਾਂ ਦੀ ਮੌਜ ਉਹਨਾਂ ਦੇ ਮਗਰ ਭੱਜ ਕੇ ਉਸ ਨੂੰ ਮਾਰਨਾ ਹੈ। ਉਹਨਾਂ ਲਈ ਖੇਡ ਅਤੇ ਇੱਕ ਤਮਾਸ਼ਾ ਹੀ ਹੁੰਦਾ। ਇਹੋ ਹਾਲ ਇਹਨਾਂ ਲਿਖਾਰੀਆਂ ਦਾ ਹੈ। ਸਿੱਖਾਂ ਪ੍ਰਤੀ ਇਹ ਤਵੱਸਬ ਵਿੱਚ ਸੜ ਬਲ ਰਹੇ ਹਨ। ਇਹਨਾਂ ਪਾਸ ਰਹਿਮ ਤਾਂ ਪਾਸੇ ਰਿਹਾ, ਇੱਕ ਵੀ ਚੰਗਾ ਸ਼ਬਦ ਨਹੀਂ ਸਿੱਖਾਂ ਵਾਸਤੇ। ਤਵੱਸਬ ਵਿੱਚ ਅੰਨੇ ਅਤੇ ਘ੍ਰਿਣਾ ਵਿੱਚ ਭੁੱਜਦੇ ਹੋਏ ਮੌਤ ਦੇ ਮੂੰਹ ਪੈ ਰਹੇ ਸਿੱਖਾਂ ਦੀ ਇਸ ਹਾਲਤ ਨੂੰ ਇੱਕ ਤਮਾਸ਼ਾ ਹੀ ਦੱਸਦੇ ਹਨ। ਪਰ ਅਸਲੀਅਤ ਇਹ ਹੈ ਕਿ ਸਿੱਖ ਤਾਂ ਮੌਤ ਨੂੰ ਸਮਝਦੇ ਵੀ ਇੱਕ ਖੇਡ ਤਮਾਸ਼ਾ ਹੀ ਸਨ। ਲਿਖਣ ਵਾਲਿਆਂ ਦੀਆਂ ਸਤਰਾਂ ਦਾ ਇੱਕ ਸ਼ਬਦ ਮੂੰਹ ਬੋਲਦੀ ਤਸਵੀਰ ਹੈ ਕਿ ਉਹ ਇਸ ਹੋਣ ਵਾਲੀ ਮੌਤ ਤੋਂ ਕਿੰਨੇ ਭੈਭੀਤ ਸਨ, ਪਰ ਜਿਨ੍ਹਾਂ ਦੀ ਮੌਤ ਹੋਣੀ ਹੈ ਉਹ ਪ੍ਰਸੰਨ ਅਤੇ ਆਨੰਦ ਮਨਾ ਰਹੇ ਹਨ। ਇਹਨਾਂ ਮੌਕੇ ਦੇ ਗਵਾਹਾਂ ਨੂੰ ਸਿੰਘਾਂ ਦੀ ਉੱਚ ਮਾਨਸਿਕ ਅਵਸਥਾ ਕਿੰਨੀ ਅਜੀਬ ਅਤੇ ਚਿਕਰਿਤ ਕਰਨ ਵਾਲੀ ਲੱਗਦੀ ਹੈ। ਲਿਖ ਕੇ ਭਾਵੇਂ ਉਹ ਆਪਣੀ ਘਿਰਣਾ ਅਤੇ ਤਵੱਸਬ ਦਾ ਉਬਾਲ ਕੱਢਦੇ ਹਨ, ਪਰ ਅੰਦਰੋਂ ਦਿਲ ਉਹਨਾਂ ਦੇ ਸਿੰਘਾਂ ਦੇ ਧੀਰਜ, ਆਤਮ ਬਲ ਅਤੇ ਸਾਹਸ ਉੱਤੇ ਅਸ਼ ਕਰ ਰਹੇ ਹਨ, ਆਫਰੀਨ ਕਹਿ ਰਹੇ ਹਨ। ਫਰਖਸ਼ੀਅਰ ਵੱਲੋਂ ਸਿੰਘਾਂ ਦੀ ਕਤਲਾਮ ਦਾ ਹੁਕਮ। ਜਦ ਬਾਦਸ਼ਾਹ ਦੇ ਹਜੂਮ ਲਿਆਂਦੇ ਗਏ ਤਾਂ ਉਸ ਨੇ ਹੁਕਮ ਦੇ ਕੇ ਬਾਬਾ ਬੰਦਾ ਸਿੰਘ, ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ, ਭਾਈ ਰਾਮ ਸਿੰਘ, ਭਾਈ ਕਰਮ ਸਿੰਘ ਜਿਹੇ ਜਰਨੈਲਾਂ ਅਤੇ ਕੁਝ ਹੋਰ ਉੱਘੇ ਆਗੂਆਂ ਨੂੰ ਇਬਰਾਹਿਮ ਖਾਨ ਮੀਰ ਆਤਿਸ਼ ਦੇ ਹਵਾਲੇ ਕਰ ਦਿੱਤਾ ਤਾਂ ਕਿ ਇਹਨਾਂ ਨੂੰ ਕਿਲੇ ਵਿੱਚ ਕੈਦ ਕਰ ਦਿੱਤਾ ਜਾਵੇ। ਬੰਦਾ ਸਿੰਘ ਦੀ ਘਰਵਾਲੀ, ਉਸ ਦੇ 4 ਵਰ੍ਹਿਆਂ ਦੇ ਬੱਚੇ ਅਜੇ ਸਿੰਘ ਅਤੇ ਉਸ ਦੀ ਖਿਡਾਵੀ ਨੂੰ ਸ਼ਾਹੀ ਹਰਮ ਦੇ ਪ੍ਰਬੰਧਕ ਦਰਬਾਰ ਖਾਨ ਨਾਜ਼ਰ ਦੇ ਸਪੁਰਦ ਕੀਤਾ ਗਿਆ। ਬਾਕੀ ਦੇ 694 ਸਿੰਘ ਕਤਲ ਕਰ ਦੇਣ ਲਈ ਸਰਬਰਾਹ ਖਾਨ ਕੋਤਵਾਲ ਦੇ ਹਵਾਲੇ ਕੀਤੇ ਗਏ। ਉਸ ਨੂੰ ਇਹ ਹੁਕਮ ਦਿੱਤਾ ਗਿਆ ਕਿ ਕੈਦੀਆਂ ਵਿੱਚੋਂ 100 ਰੋਜ਼ ਕੋਤਵਾਲੀ ਦੇ ਸਾਹਮਣੇ
ਕਿਲੇ ਦੇ ਦਰਵਾਜ਼ੇ ਅੱਗੇ ਅਤੇ ਵੱਡੇ ਵੱਡੇ ਬਾਜ਼ਾਰਾਂ ਦੇ ਚੌਂਕਾਂ ਵਿੱਚ ਖਲਕਤ ਦੇ ਸਾਹਮਣੇ ਕਤਲ ਕੀਤੇ ਜਾਇਆ ਕਰਨ। ਜਿਹੜੇ ਸਿੱਖ ਕੈਦੀ ਮੁਸਲਮਾਨ ਹੋਣਾ ਮੰਨ ਲੈਣ ਉਸ ਨੂੰ ਉਸ ਵੇਲੇ ਛੱਡ ਦਿੱਤਾ ਜਾਵੇ। ਪਰ ਵਾਹ ਖਾਲਸਾਈ ਸਿਦਕ ਅਤੇ ਹੌਸਲਾ, 700 ਤੋਂ ਵੱਧ ਕੈਦੀਆਂ ਚੋਂ ਕਿਸੇ ਨੇ ਵੀ ਆਪਣਾ ਧਰਮ ਗੁਆ ਕੇ ਜਿਉਣਾ ਮਨਜ਼ੂਰ ਨਾ ਕੀਤਾ। ਤਿੰਨੇ ਵੱਡੇ ਅਫਸਰਾਂ ਇਤਮਾਦ ਦੌਲਾ, ਮੁਹੰਮਦ ਅਮੀਨ ਖਾਂ, ਉਸਦੇ ਪੁੱਤਰ ਕਮਰਦੀਨ ਖਾਂ ਅਤੇ ਜ਼ਕਰੀਆ ਖਾਂ ਨੂੰ ਬਾਦਸ਼ਾਹ ਵੱਲੋਂ ਦਿਲ ਖੋਲ੍ਹ ਕੇ ਇਨਾਮ ਦਿੱਤੇ ਗਏ। ਗੁਰਦਾਸ ਨੰਗਲੋਂ ਜੋ ਹਥਿਆਰ ਅਤੇ ਅਸਬਾਬ ਫੜਿਆ ਗਿਆ ਸੀ, ਜ਼ਕਰੀਆ ਖਾਂ ਨੇ ਸ਼ਾਹੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ। ਉਸਦੀ ਸੂਚੀ ਇਸ ਪ੍ਰਕਾਰ ਹੈ: ਤਲਵਾਰਾਂ 1000, ਢਾਲਾਂ 278, ਤੀਰ ਕਮਾਨ 173, ਰਾਮ ਜੰਗੇ 180, ਜਮਤਰ 114, ਸੋਨੇ ਦੀਆਂ ਮੋਹਰਾਂ 23, ਰੁਪਏ 600 ਤੋਂ ਕੁਝ ਵੱਧ, ਸੋਨੇ ਦੇ ਗਹਿਣੇ ਬਿਲਕੁਲ ਥੋੜ੍ਹੇ ਜਿਹੇ। ਇਤਿਹਾਸਕਾਰ ਹੈਰਾਨ ਹਨ ਕਿ ਇੰਨੇ ਥੋੜ੍ਹੇ ਜਿਹੇ ਹਥਿਆਰ ਅਤੇ 600 ਰੁਪਏ ਨਾਲ ਕੰਮ ਸਾਰ ਰਹੇ ਸਿੰਘਾਂ ਨੇ ਕਿਵੇਂ ਮੁਗਲ ਹਕੂਮਤ ਦੀ 8 ਮਹੀਨਿਆਂ ਤੋਂ ਵੱਧ ਸਮੇਂ ਲਈ ਨੀਂਦ ਹਰਾਮ ਕਰ ਛੱਡੀ। ਕਾਂਵਰ ਖਾਂ ਲਿਖਦਾ ਹੈ ਕਿ ਇਹ ਸੱਚਮੁੱਚ ਅਤੇ ਬਿਲਕੁਲ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇੰਨੇ ਥੋੜ੍ਹੇ ਜਿਹੇ ਹਥਿਆਰ ਅਤੇ ਮਾਮੂਲੀ ਸਮਾਨ ਨਾਲ ਸਿੰਘਾਂ ਨੇ ਆਪਣੇ ਸਮੇਂ ਦੀ ਸਭ ਤੋਂ ਵੱਡੀ ਅਤੇ ਮਜ਼ਬੂਤ ਹਕੂਮਤ ਦਾ ਐਡੇ ਲੰਮੇ ਸਮੇਂ ਤੱਕ ਇਸ ਤਰ੍ਹਾਂ ਸਿਰ ਧੜ ਦੀ ਬਾਜੀ ਲਾ ਕੇ ਮੁਕਾਬਲਾ ਕੀਤਾ। ਫੜੇ ਜਾਣ ਪਿੱਛੋਂ ਵੀ ਉਹ ਵੈਸੀ ਹੀ ਚੜ੍ਹਦੀ ਕਲਾ ਵਿੱਚ ਰਹੇ। ਕਿਸੇ ਨੇ ਦਿਲ ਨਹੀਂ ਡੁਲਾਇਆ, ਜਾਨ ਪਿਆਰੀ ਨਹੀਂ ਕੀਤੀ। ਇਹ ਸੀ ਸਿੱਖਾਂ ਦੇ ਹੌਸਲੇ, ਹੱਠ ਅਤੇ ਨਿਸ਼ਚੇ ਦੀ ਫੌਲਾਦ ਵਰਗੀ ਮਜ਼ਬੂਤ ਚੱਟਾਨ ਜਿਸ ਨਾਲ ਮੁਗਲਾਂ ਦੀ ਹੈਂਕੜਸ਼ਾਹੀ ਅਤੇ ਅਜਿੱਤ ਹੋਣ ਦਾ ਘਮੰਡ ਟਕਰਾ ਕੇ ਚਕਨਾਚੂਰ ਹੋ ਗਏ। ਬੰਦਾ ਸਿੰਘ ਦੇ ਕੈਦੀ ਸਿੰਘਾਂ ਦਾ ਕਤਲਾਮ ਸ਼ੁਰੂ। ਸਰਬਰਾਹ ਖਾਂ ਕੋਤਵਾਲ ਨੇ ਤ੍ਰਿਪੋਲੀਆ ਦਰਵਾਜ਼ੇ ਵੱਲ ਦੇ ਚਬੂਤਰਾ ਕੋਤਵਾਲੀ ਦੇ ਸਾਹਮਣੇ, ਜਿੱਥੇ ਅੱਜ ਕੱਲ੍ਹ ਗਾਂਧੀ ਲਾਇਬ੍ਰੇਰੀ ਅਤੇ ਫੁਹਾਰਾ ਹੈ, ਵਾਲੀ ਥਾਂ ਸਿੱਖਾਂ ਦੇ ਕਤਲ ਲਈ ਚੁਣੀ। ਉਸ ਵੇਲੇ ਇਹ ਥਾਂ ਕਾਫੀ ਖੁੱਲ੍ਹਾ ਪਿਆ ਹੋਇਆ ਸੀ ਅਤੇ ਸ਼ਹਿਰ ਦੀ ਬੇਹਿਸਾਬ ਖਲਕਤ ਸਿੱਖਾਂ ਦੀ ਮੌਤ ਦਾ ਤਮਾਸ਼ਾ ਵੇਖਣ ਲਈ ਪੁੱਜੀ ਹੋਈ ਸੀ। ਜਲਾਦਾਂ ਦੀਆਂ ਤਲਵਾਰਾਂ ਤਿੱਖੀਆਂ ਕਰਨ ਲਈ ਲੋਹਾਰਾਂ ਦਾ ਬੰਦੋਬਸਤ ਕੀਤਾ ਹੋਇਆ ਸੀ, ਜਿਨ੍ਹਾਂ ਆਪਣੀ ਭੱਠੀ, ਆਹਰਨ ਅਤੇ ਖਲਾਂ ਦਾ ਸਮਾਨ ਕੀਤਾ ਹੋਇਆ ਸੀ। 5 ਮਾਰਚ 1716 ਈਸਵੀ ਨੂੰ 100 ਸਿੰਘਾਂ ਦਾ ਪਹਿਲਾ ਜਥਾ ਹੱਥਕੜੀਆਂ ਅਤੇ ਬੇੜੀਆਂ ਲਾ ਕੇ ਜਿਸ ਵੇਲੇ ਲਿਆਂਦਾ ਗਿਆ ਤਾਂ ਉਹ ਬੜੇ ਸ਼ਾਂਤ ਚਿੱਤ ਅਤੇ ਚੜ੍ਹਦੀ ਕਲਾ ਵਿੱਚ ਉੱਚੀ ਆਵਾਜ਼ ਵਿੱਚ ਸ਼ਬਦ ਪੜ੍ਹਦੇ ਆਏ। ਲੋਕ ਹੈਰਾਨ ਸਨ ਕਿ ਇਹ ਕਿਸ ਮਿੱਟੀ ਦੇ ਬਣੇ ਆਦਮੀ ਹਨ। ਮੌਤ ਵੇਲੇ ਵੀ ਜਸ਼ਨ ਮਨਾ ਰਹੇ ਹਨ। ਜਥੇ ਨੂੰ 10-10 ਦੀਆਂ 10 ਪਲਾਂ ਵਿੱਚ ਬਿਠਾਇਆ ਗਿਆ। ਹੁਣ 4 ਸ਼ਾਹੀ ਅਮੀਰ ਜੋ ਉੱਚ ਅਧਿਕਾਰੀ ਸਨ ਅੱਗੇ ਵਧੇ ਅਤੇ ਸਿੰਘਾਂ ਨੂੰ ਸੰਬੋਧਨ ਕਰਕੇ ਉਹਨਾਂ ਕਿਹਾ ਕਿ ਜੇ ਮੁਸਲਮਾਨ ਬਣਨਾ ਕਬੂਲ ਕਰ ਲਵੋ ਤਾਂ ਕਤਲ ਹੋਣੋਂ ਬਚ ਸਕਦੇ ਹੋ। ਜ਼ਿੰਦਗੀ ਦੀਆਂ ਸਭੇ ਸਹੂਲਤਾਂ ਮਿਲਣਗੀਆਂ। ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ। ਸਿੱਖਾਂ ਅੱਗੋਂ ਵਾਹਿਗੁਰੂ ਵਾਹਿਗੁਰੂ ਬੋਲਦਿਆਂ ਇੱਕ ਜ਼ਬਾਨ ਹੋ ਕੇ ਉੱਚੀ ਸੁਰ ਵਿੱਚ ਕਿਹਾ, ਆਪਣੇ ਵਾਹਿਗੁਰੂ ਤੋਂ ਬੇਮੁਖ ਹੋ ਕੇ ਧਰਮ ਹਾਰ ਕੇ ਜਿਉਣ ਬਾਰੇ ਸੋਚਣਾ ਵੀ ਅਸੀਂ ਲਾਹਨਤ ਸਮਝਦੇ ਹਾਂ। ਅਸੀਂ ਕਲਗੀਧਰ ਦੇ ਸਿੰਘ ਹਾਂ, ਗਿੱਦੀ ਗਿੱਦੜ ਨਹੀਂ ਹਾਂ। ਸਾਡੀ ਸ਼ਹਾਦਤ ਦੇ ਵਿਚਕਾਰ ਨਾ ਖਲੋਵੋ। ਜਲਾਦ ਨੂੰ ਹੁਕਮ ਦਿਓ ਕਿ ਸਾਨੂੰ ਗੁਰਚਰਨਾਂ ਵੱਲ ਤੋਰੇ। ਬਸ ਫਿਰ ਹੁਕਮ ਹੋ ਗਿਆ। ਸਿੰਘ ਇੱਕ ਦੂਜੇ ਨਾਲੋਂ ਅੱਗੇ ਵੱਧ ਕੇ ਜਲਾਦਾਂ ਮੂਹਰੇ ਧੌਣ ਕਰਕੇ ਕਹਿਣ, ਮੁਕਤਾ ਪਹਿਲਾਂ ਮੈਨੂੰ। ਅਮੀਰ ਆਪਣੀ ਵਾਹ ਲਾ ਥੱਕੇ। ਕਿਸੇ ਸਿੱਖ ਨੂੰ ਮੁਸਲਮਾਨ ਕਰਕੇ ਬਾਦਸ਼ਾਹ ਦਾ ਦਿਲ ਠੰਡਾ ਕਰਨ ਲਈ ਖੁਸ਼ਖਬਰੀ ਤਿਆਰ ਕਰਨ ਵਿੱਚ ਸਫਲ ਨਾ ਹੋ ਸਕੇ। 100 ਸਿੰਘਾਂ ਦਾ ਜਥਾ ਕਤਲ ਕਰ ਦਿੱਤਾ ਗਿਆ ਅਤੇ ਇਸ ਦੀ ਖਬਰ ਬਾਦਸ਼ਾਹ ਦੀ ਖਿਦਮਤ ਵਿੱਚ ਗੁਜ਼ਾਰੀ ਗਈ। ਅੱਗੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਇੰਜ ਹੀ 100 ਰੋਜ਼ ਕਤਲ ਕਰਕੇ ਇੱਕ ਸਾਤੇ ਵਿੱਚ ਸਾਰੇ ਮੁਕਾ ਦਿਓ। ਇਸ ਸਾਰੇ ਕੰਮ ਦਾ ਪ੍ਰਬੰਧ ਸਰਬਰਾਹ ਖਾਂ ਕੋਤਵਾਲ ਦੇ ਜ਼ਿੰਮੇ ਹੀ ਸੀ ਅਤੇ ਉਸਨੇ ਇਸ ਜ਼ਿੰਮੇਵਾਰੀ ਨੂੰ ਖੂਬ ਨਿਭਾਇਆ। ਰੋਜ਼ 100 ਸਿੰਘਾਂ ਦਾ ਜਥਾ ਬਾਹਰ ਇੱਥੇ ਲਿਆਂਦਾ ਜਾਂਦਾ। ਸ਼ਾਹੀ ਅਫਸਰ ਇੱਕ ਸਿੰਘ ਨੂੰ ਜ਼ਿੰਦਗੀ ਦਾ ਲਾਲਚ ਦਿੰਦੇ ਕਿ ਕੋਈ ਇੱਕ ਅੱਧਾ ਮੁਸਲਮਾਨ ਕਰ ਲਿਆ ਜਾਵੇ, ਪਰ ਆਫਰੀਨ ਹੈ ਇਹਨਾਂ ਸੂਰਮਿਆਂ ਦੇ
ਕਿਸੇ ਇੱਕ ਨੇ ਵੀ ਨਿਗੂਣੀ ਜਾਣ ਬਦਲੇ ਆਪਣੇ ਆਪ ਨੂੰ ਕਲੰਕਿਤ ਨਹੀਂ ਕੀਤਾ ਅਤੇ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋਇਆ। ਉਸ ਵੇਲੇ ਹਿੰਦੁਸਤਾਨੀ ਤਮਾਸ਼ਬੀਨਾਂ ਵਿੱਚ ਕੁਝ ਕੁ ਯੂਰਪੀਨ ਲੋਕ ਵੀ ਮੌਜੂਦ ਸਨ। ਜੌਨ ਸਰਮਨ ਅਤੇ ਐਡਵਰਡ ਸਟੀਫਨਸਨ ਆਪਣੇ ਪੱਤਰ ਮਿਤੀ 10 ਮਾਰਚ 1715-16 ਈਸਵੀ ਜੋ ਉਹਨਾਂ ਇਹ ਸਭ ਨਜ਼ਾਰੇ ਵੇਖ ਕੇ ਆਨਰੇਬਲ ਰਾਬਰਟ ਹੇਜ਼ਜ਼ ਨੂੰ ਲਿਖਿਆ ਵਿੱਚ ਲਿਖਦੇ ਹਨ, ਅਖੀਰ ਵਕਤ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਕਿਸੇ ਇੱਕ ਨੇ ਵੀ ਆਪਣਾ ਇੱਕ ਨਵਾਂ ਧਾਰਨ ਕੀਤਾ ਧਰਮ ਹਾਰਿਆ ਹੋਵੇ। ਬੜੀ ਨਿਡਰਤਾ, ਦਲੇਰੀ, ਜੋਸ਼ ਅਤੇ ਹਸੂ ਕਰਦੇ ਚਿਹਰਿਆਂ ਨਾਲ ਜਲਾਦਨ ਨੂੰ ਮੁਕਤੀ ਦਾਤੇ ਸ਼ਬਦਾਂ ਨਾਲ ਵੜਿਆ ਕੇ ਧੌਣ ਉਸ ਅੱਗੇ ਕਰਕੇ ਪਹਿਲ ਦੀ ਵਾਰੀ ਮੰਗਦੇ ਹੋਏ ਕਹਿੰਦੇ ਕਿ ਪਹਿਲਾਂ ਮੈਨੂੰ, ਨਾਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਜਾਂਦੇ। ਕੈਸਾ ਅਜਬ ਨਜ਼ਾਰਾ ਸੀ। ਕਤਲ ਹੋਣ ਲਈ ਪਹਿਲ ਵਾਸਤੇ ਖੁਸ਼ੀ ਭਰੀਆਂ ਮਿੰਨਤਾਂ, ਸ਼ਮਾ ਤੇ ਸੜ ਮਰਨ ਵਾਲਿਆਂ ਪਰਵਾਨਿਆਂ ਦੀ ਮਿਸਾਲ ਨੂੰ ਸਿੰਘਾਂ ਫਿੱਕਾ ਪਾ ਦਿੱਤਾ। ਤਮਾਸ਼ਾ ਵੇਖਣ ਵਾਲੀ ਖਲਕਤ ਵੇਖ ਕੇ ਵਾਹ ਵਾਹ ਕਰ ਉੱਠਦੀ। ਧੰਨ ਗੁਰੂ ਗੋਬਿੰਦ ਸਿੰਘ ਤੇਰੀ ਸਿੱਖੀ ਅਤੇ ਧੰਨ ਤੇਰੇ ਸਿੰਘਾਂ ਦਾ ਸਿਦਕ। ਇਰਵਿਨ ਇਸ ਬਾਰੇ ਲਿਖਦਾ ਹੈ ਕਿ ਹਿੰਦੁਸਤਾਨੀ ਅਤੇ ਕੀ ਯੂਰਪੀਨ ਸਾਰੇ ਹੀ ਉਸ ਨਜ਼ਾਰੇ ਨੂੰ ਵੇਖਣ ਵਾਲੇ, ਉਸ ਚਾਕਿਰਤ ਕਰ ਦੇਣ ਵਾਲੇ ਧੀਰਜ, ਦ੍ਰਿੜਤਾ ਅਤੇ ਜੁਰਤ ਦੀ ਪ੍ਰਸ਼ੰਸਾ ਕਰਨ ਵਿੱਚ ਇੱਕੋ ਰਾਏ ਰੱਖਦੇ ਹਨ ਜਿਸ ਨਾਲ ਇਹਨਾਂ ਆਪਣੇ ਉੱਤੇ ਵਰਤਣ ਵਾਲੇ ਭਾਣੇ ਨੂੰ ਕਬੂਲਿਆ। ਵੇਖਣ ਵਾਲਿਆਂ ਲਈ ਇਹਨਾਂ ਦਾ ਆਪਣੇ ਆਗੂ ਲਈ ਅਥਾਹ ਪ੍ਰੇਮ ਅਤੇ ਸ਼ਰਧਾ ਅਤੀ ਹੈਰਾਨੀ ਕਰ ਦੇਣ ਵਾਲੇ ਸਨ। ਉਹ ਮੌਤ ਦੇ ਪਰਛਾਵੇਂ ਥੱਲੇ ਬਿਲਕੁਲ ਬੇਖੌਫ ਅਤੇ ਪ੍ਰਸੰਨਚਿਤ ਸਨ ਅਤੇ ਜਲਾਦ ਨੂੰ ਮੁਕਤੀਦਾਤਾ ਕਹਿ ਕੇ ਬੁਲਾਉਂਦੇ ਸਨ। ਮੌਤ ਦੇ ਖਤਰੇ ਸਮੇਂ ਜਾਨ ਬਚਾਉਣ ਲਈ ਕਿਸੇ ਹੀਲੇ ਬਚ ਨਿਕਲਣ ਲਈ ਆਪਣਾ ਤਾਣ ਲਾਉਂਦੇ, ਲੜਦੇ ਝਗੜਦੇ ਅਤੇ ਇੱਕ ਦੂਜੇ ਨੂੰ ਪਛਾੜਦੇ ਹੋਏ ਦੂਜੇ ਨੂੰ ਮੌਤ ਦੇ ਮੂੰਹ ਵਿੱਚ ਧੱਕਦਿਆਂ ਦੀਆਂ ਦਾਸਤਾਨਾਂ ਤਾਂ ਸੁਣੀਆਂ ਪੜ੍ਹੀਆਂ ਹਨ, ਪਰ ਇੱਥੇ ਤਾਂ ਨਕਸ਼ਾ ਹੀ ਉਲਟ ਸੀ। ਇੱਥੇ ਝਗੜਾ ਸੀ ਦੂਸਰਿਆਂ ਨੂੰ ਪਿੱਛੇ ਛੱਡ ਕੇ ਮੌਤ ਦਾ ਜਾਮ ਪਹਿਲਾਂ ਪੀਣ ਦਾ। ਕਿਸ ਨੂੰ ਜਾਨ ਪਿਆਰੀ ਨਹੀਂ ਹੁੰਦੀ, ਪਰ ਇੱਥੇ ਤਾਂ ਮੌਤ ਪਰਨਾਉਣ ਲਈ ਖਿੱਚੋਤਾਣ ਹੈ। ਜਲਾਦ ਨੂੰ ਮੁਕਤੀਦਾਤਾ ਕਹਿਣਾ ਨਿਰਾਲਾ ਹੀ ਦ੍ਰਿਸ਼ ਹੈ। ਆਪਣੇ ਬੇਗਾਨੇ ਸਭ ਹੈਰਾਤ ਵਿੱਚ ਡੁੱਬੇ ਹੋਏ ਹਨ। ਅਸਲੀਅਤ ਤਾਂ ਇਹ ਹੈ ਕਿ ਸਿੱਖਾਂ ਦਾ ਆਪਣਾ ਤਾਂ ਇੱਥੇ ਹੈ ਕੋਈ ਨਹੀਂ ਸੀ। ਸਭ ਬੇਗਾਨੇ ਹੀ ਬੇਗਾਨੇ ਸਨ। ਬੇਗਾਨੇ ਆਸ਼ਸ਼ ਕਰਦੇ ਹੋਏ ਮੂੰਹ ਵਿੱਚ ਉਂਗਲਾਂ ਲੈਂਦੇ ਸਨ ਤਾਂ ਹਰ ਸੂਝਵਾਨ ਸੱਚ ਨੂੰ ਅਨੁਭਵ ਕਰ ਸਕਦੇ ਕਿ ਉਹ ਸੱਚੋ ਸੱਚ ਨਜ਼ਾਰੇ ਕੀ ਹੋਣਗੇ। ਇੱਕ ਮੋਟੀ ਮਿਸਾਲ ਸੀਰੀਅਲ ਮੁਤਾਖਰੀਨ ਦੇ ਕਰਤਾ ਗੁਲਾਮ ਹੁਸੈਨ ਖਾਨ ਦੀ ਗਵਾਹੀ ਪੇਸ਼ ਹੈ। ਉਸ ਪਾਸ ਸਿੱਖਾਂ ਲਈ ਇੱਕ ਵੀ ਚੰਗਾ ਜਾਂ ਇਨਸਾਫ ਵਾਲਾ ਸ਼ਬਦ ਨਹੀਂ। ਉਹ ਹਕੀਕਤ ਨੂੰ ਛੁਪਾਉਣ ਲਈ ਅਤੇ ਆਪਣੇ ਪੱਖ ਨੂੰ ਬਣਾਵਟ ਦੇ ਪਰਦਿਆਂ ਵਿੱਚ ਲਪੇਟ ਕੇ ਹਮੇਸ਼ਾ ਪੇਸ਼ ਕਰਦਾ ਅਤੇ ਸਿੱਖਾਂ ਨੂੰ ਪਾਣੀ ਪੀ ਪੀ ਕੋਸਦਾ। ਕਈ ਥਾਈਂ ਤਾਂ ਇਸ ਨੇ ਇਹੋ ਜਿਹੀ ਕੋਝੀ ਸ਼ਬਦਾਵਲੀ ਵਰਤੀ ਹੈ ਕਿ ਯਕੀਨ ਨਹੀਂ ਆਉਂਦਾ ਕਿ ਇਸ ਨੂੰ ਲਿਖਣ ਵਾਲਾ ਕੋਈ ਸਹੀ ਦਿਮਾਗ ਵਾਲਾ ਇਨਸਾਨ ਹੋਵੇਗਾ। ਸਿੱਖਾਂ ਤੋਂ ਇਸ ਕਮਬਖਤ ਨੂੰ ਉਸੇ ਤਰ੍ਹਾਂ ਹੀ ਡਰ ਆਉਂਦਾ ਜਿਵੇਂ ਹਲਕ ਵਾਲੇ ਬੰਦੇ ਨੂੰ ਪਾਣੀ ਤੋਂ। ਹੈਰਾਨਗੀ ਹੈ ਕਿ ਇਸ ਬੰਦੇ ਦੇ ਮੂੰਹੋਂ ਸੱਚ ਕਿਵੇਂ ਨਿਕਲ ਗਿਆ। ਮੌਤ ਦੇ ਸਨਮੁਖ ਸਿੱਖ ਕਿਵੇਂ ਨਿਤਰੇ ਅਤੇ ਕਿਵੇਂ ਆਪਣੇ ਧਰਮ ਤੋਂ ਜਾਨਾਂ ਵਾਰੀਆਂ। ਜਰਾ ਸੁਣੋ ਸਿੱਖਾਂ ਦੇ ਅਤੀ ਕੱਟੜ ਦੁਸ਼ਮਣ ਦੇ ਮੂੰਹੋਂ। ਸਭ ਤੋਂ ਖਾਸ ਤੌਰ ਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਸਿੱਖ ਲੋਕ ਸਿਰ ਕੱਟਣ ਵੇਲੇ ਹੀ ਅਡੋਲਤਾ ਅਤੇ ਦ੍ਰਿੜਤਾ ਨਹੀਂ ਸਨ ਵਿਖਾਉਂਦੇ, ਸਗੋਂ ਸਿਰ ਕਟਾਉਣ ਲਈ ਵੀ ਪਹਿਲ ਕਰਨ ਵਾਸਤੇ ਆਪਣੇ ਵਿੱਚ ਖੈਬੜਦੇ ਝਗੜਦੇ ਸਨ। ਇੱਕ ਦੂਜੇ ਨੂੰ ਪਛਾਂ ਧੱਕ ਕੇ ਆਪ ਅੱਗੇ ਹੋ ਕੇ ਜਲਾਦਾਂ ਨੂੰ ਬੇਨਤੀਆਂ ਕਰਦੇ ਅਤੇ ਉੱਚੀ ਉੱਚੀ ਵਾਸਤੇ ਪਾਉਂਦੇ ਸਨ। ਸ਼ਹਾਦਤ ਸੱਚ ਦੀ ਉਹ ਲਾਟ ਹੈ ਜਿਸ ਨੂੰ ਬੜੇ ਬੜੇ ਭਾਰੇ ਪਰਬਤ ਦਬਾ ਨਹੀਂ ਸਕਦੇ, ਸਮੁੰਦਰ ਡੋਬ ਨਹੀਂ ਸਕਦੇ। ਵੱਡੇ ਤੋਂ ਵੱਡਾ ਝੂਠ ਬੋਲਣ ਲਿਖਣ ਦਾ ਮਾਹਿਰ ਲੱਖਾਂ ਕਰੋੜਾਂ ਪਰਦੇ ਪਾ ਕੇ ਅਲੋਪ ਨਹੀਂ ਕਰ ਸਕਦਾ। ਸਭ ਕੁਝ ਪਾੜ ਕੇ ਇਹ ਲਾਟ ਬਾਹਰ ਆਵੇਗੀ। ਸ਼ਹਾਦਤ ਸਦਾ ਅਮਰ ਰਹਿੰਦੀ ਹੈ। ਇਸ ਨੂੰ ਦਬਾਉਣ ਵਾਲਿਆਂ ਦਾ ਨਾਮ ਵੀ ਭਾਵੇਂ ਲਾਨਤ ਦੀ ਬੁਛਾੜ ਥੱਲੇ ਹੀ ਰਹੇ, ਸ਼ਹਾਦਤ ਦਾ ਫੈਜ਼ ਹੈ, ਕਾਇਮ ਦਾਇਮ ਰਹਿੰਦਾ ਹੈ। ਸੱਤੇ ਦਿਨ ਜਲਾਦਾਂ ਦੀ
ਤਲਵਾਰ ਚੱਲਦੀ ਰਹੀ ਅਤੇ ਸਿੰਘਾਂ ਦੇ ਸਿਰ ਲੈ ਲੈ ਧਰਤੀ ਤੇ ਡਿੱਗਦੇ ਰਹੇ। 700 ਤੋਂ ਵੱਧ ਸਿੰਘ ਕਤਲ ਕੀਤੇ ਗਏ। ਕਿਸੇ ਇੱਕ ਨੇ ਵੀ ਜਾਨ ਬਚਾਉਣ ਲਈ ਮੁਸਲਮਾਨੀ ਮੰਤ ਅੰਗੀਕਾਰ ਨਾ ਕੀਤਾ। ਦਿੱਲੀ ਦੇ ਬੜੇ ਕਤਲਾਮ ਵੇਖੇ ਸਨ। ਅਮੀਰ ਤੈਮੂਰ ਦੇ ਕਤਲਾਮ ਨੂੰ ਯਾਦ ਕਰਕੇ ਅੱਜ ਵੀ ਦਿੱਲੀ ਦੀਆਂ ਕੰਧਾਂ ਕੰਬ ਉੱਠਦੀਆਂ ਹਨ। ਪਰ ਉਹ ਕਤਲ ਇਹ ਆਮ ਕੁਝ ਇਸ ਕਿਸਮ ਦਾ ਸੀ ਕਿ ਗੈਰ ਮੁਸਲਮਾਨ ਫੜ ਕੇ ਲਿਆਂਦੇ ਗਏ ਅਤੇ ਛਤਰਿਆਂ ਭੇਡਾਂ ਵਾਂਗ ਕੋਹ ਸੁੱਟੇ ਗਏ। ਉਹਨਾਂ ਨੂੰ ਜਾਨ ਬਖਸ਼ੀ ਲਈ ਮੁਸਲਮਾਨ ਹੋਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਸੀ। ਜੇ ਦਿੰਦੇ ਤਾਂ ਸ਼ਾਇਦ ਕਤਲ-ਏ-ਆਮ ਦੀ ਨੌਬਤ ਹੀ ਨਾ ਆਉਂਦੀ। ਪਰ ਸਿੰਘਾਂ ਲਈ ਤਾਂ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਗਿਆ ਸੀ। ਮੌਤ ਦੇ ਕੋਟ ਵਿੱਚ ਜਿਸ ਦਾ ਜੀ ਕਰੇ ਧਰਮ ਤਿਆਗੇ, ਨਹੀਂ ਤਾਂ ਦੀਨ ਕਬੂਲ ਕੇ ਨਿਕਲ ਜਾਵੇ ਜ਼ਿੰਦਗੀ ਦੀਆਂ ਖੁਸ਼ੀਆਂ ਖੇੜਿਆਂ ਦੇ ਮੈਦਾਨ ਵਿੱਚ। ਪਰ ਉਹਨਾਂ ਧਰਮਵੀਰਾਂ ਨੇ ਇਸ ਦਰਵਾਜ਼ੇ ਵੱਲ ਅੱਖ ਚੁੱਕ ਕੇ ਤੱਕਿਆ ਤੱਕ ਵੀ ਨਹੀਂ ਸੀ। ਲੋਕ ਆਉਂਦੇ ਤਾਂ ਰੋਜ਼ ਸਿੱਖਾਂ ਦੀ ਮੌਤ ਦਾ ਤਮਾਸ਼ਾ ਵੇਖਣ ਸੀ, ਪਰ ਜਾਂਦੇ ਕੋਈ ਸਬਕ ਲੈ ਕੇ ਅਤੇ ਸਿੰਘਾਂ ਦੇ ਹੌਸਲੇ, ਜੁਰਤ, ਅਡੋਲਤਾ ਦੇ ਮੌਤ ਸਾਹਵੇਂ ਵੀ ਚੜ੍ਹਦੀ ਕਲਾ ਦੇ ਗੁਣਾਂ ਉੱਤੇ ਆਸ਼ਾਸ਼ ਕਰਦੇ। ਇਬਰਤਨਾਮੇ ਦਾ ਕਰਤਾ ਮਿਰਜ਼ਾ ਮੁਹੰਮਦ ਹਰੀਸੀ, ਜਿਸ ਨੇ ਸਿੱਖਾਂ ਦੇ ਫੜੇ ਆਇਆਂ ਦਾ ਪਹਿਲੇ ਦਿਨ ਵਾਲਾ ਜਲੂਸ ਵੇਖਿਆ ਸੀ ਅਤੇ ਉਹ ਅੱਖੀਂ ਵੇਖਿਆ ਹਾਲ ਲਿਖਦਾ ਹੈ। ਉਹ ਦੂਸਰੇ ਦਿਨ ਕਤਲ ਹੁੰਦੇ ਸਿੰਘਾਂ ਦਾ ਨਜ਼ਾਰਾ ਵੇਖਣ ਲਈ ਆਪਣੇ ਘਰੋਂ ਆਇਆ ਸੀ। ਉਹ ਲਿਖਦਾ ਹੈ ਕਿ ਮੈਂ ਕਤਲ ਸ਼ੁਰੂ ਹੋਣ ਦੇ ਦੂਜੇ ਦਿਨ 23 ਰੱਬੀ ਉਲ ਅਵਲ 6 ਮਾਰਚ ਨੂੰ ਸਿੰਘਾਂ ਦੇ ਕਤਲ ਦਾ ਤਮਾਸ਼ਾ ਵੇਖਣ ਲਈ ਮੌਕੇ ਵਾਲੀ ਥਾਂ ਤੇ ਗਿਆ। ਪਰ ਮੇਰੇ ਜਾਣ ਤੋਂ ਪਹਿਲਾਂ ਉਸ ਦਿਨ ਦੇ ਕਤਲਾਂ ਦਾ ਕੰਮ ਮੁੱਕ ਚੁੱਕਾ ਹੋਇਆ ਸੀ। ਸਿਰ ਅਤੇ ਧੜ ਹਾਲ ਵਿੱਚ ਉੱਥੇ ਸੂਰਜ ਦੀ ਅੱਗ ਵਰਗੀ ਧੁੱਪ ਵਿੱਚ ਉਸੇ ਤਰ੍ਹਾਂ ਲਹੂ ਅਤੇ ਘੱਟੇ ਵਿੱਚ ਲਿਬੜੇ ਪਏ ਸਨ। ਅਨੋਖੀਆਂ ਪਰ ਸੱਚੀਆਂ ਘਟਨਾਵਾਂ। ਹੁਣ ਤੱਕ ਸਿੱਖਾਂ ਦੇ ਨਿਸ਼ਚੇ ਅਤੇ ਆਪਣੇ ਆਗੂ ਲਈ ਆਪਣਾ ਸਭ ਕੁਝ ਨਿਸ਼ਾਵਰ ਕਰ ਦੇਣ ਲਈ ਸਦਾ ਤਤਪਰ ਰਹਿਣ ਦੀਆਂ ਕਈ ਕਹਾਣੀਆਂ ਸੁਣੀਆਂ ਜਾਂਦੀਆਂ ਸਨ। ਉਹਨਾਂ ਵਿੱਚੋਂ ਕੁਝ ਇਹੋ ਜਿਹੀਆਂ ਅਸਚਰਜ ਅਤੇ ਚਕਿਤ ਕਰ ਦੇਣ ਵਾਲੀਆਂ ਸਨ ਕਿ ਜਿਨ੍ਹਾਂ ਨੂੰ ਸਿੱਖਾਂ ਬਾਰੇ ਬਹੁਤਾ ਗਿਆਨ ਨਹੀਂ ਸੀ ਅਤੇ ਉਹਨਾਂ ਬਾਰੇ ਕੁਝ ਅੱਖੀਂ ਵੇਖਿਆ ਡਿੱਠਾ ਨਹੀਂ ਸੀ। ਉਹ ਇਹਨਾਂ ਗੱਲਾਂ ਨੂੰ ਅਲਫ ਲੈਲਾ ਦੀਆਂ ਕਹਾਣੀਆਂ ਹੀ ਸਮਝੀ ਬੈਠੇ ਸਨ। ਉਹਨਾਂ ਨੂੰ ਰਤਾ ਭਰ ਵੀ ਯਕੀਨ ਨਹੀਂ ਸੀ ਕਿ ਕਿਧਰੇ ਇਹ ਸੱਚ ਵੀ ਹੋਣਗੀਆਂ। ਖਾਫੀ ਖਾਂ ਵੀ ਸਿੱਖਾਂ ਦੇ ਦੋਖੀਆਂ ਚੋਂ ਇੱਕ ਸੀ। ਸਿੱਖਾਂ ਬਾਰੇ ਉਸਨੇ ਵੀ ਬਹੁਤ ਕੁਝ ਸੁਣ ਰੱਖਿਆ ਸੀ। ਉਹ ਆਪਣੀ ਪੁਸਤਕ ਮੁਨਤਖਬੁਲ ਲਬਾਬ ਦੇ ਦੂਸਰੇ ਭਾਗ ਦੇ ਪੰਨਾ 776 ਉੱਤੇ ਇੱਕ ਕਹਾਣੀ ਦਿੰਦਾ ਹੈ। ਮੈਂ ਇਹਨਾਂ ਸਿੰਘਾਂ ਦੇ ਨਿਸ਼ਚੇ ਦੀਆਂ ਐਸੀਆਂ ਕਹਾਣੀਆਂ ਸੁਣੀਆਂ ਹਨ ਜਿਨ੍ਹਾਂ ਨੂੰ ਅਕਲ ਲਈ ਸੱਚ ਪ੍ਰਵਾਨ ਕਰਨਾ ਮੁਸ਼ਕਲ ਹੈ। ਪਰ ਜੋ ਕੁਝ ਮੈਂ ਆਪ ਆਪਣੀ ਅੱਖੀਂ ਪ੍ਰਤੱਖ ਵੇਖਿਆ ਹੈ ਉਹ ਲਿਖਦਾ ਹਾਂ। ਇਹਨਾਂ ਕਤਲ ਕੀਤੇ ਜਾਣ ਵਾਲੇ ਸਿੰਘਾਂ ਵਿੱਚ ਇੱਕ ਦਾੜੀ ਮੁੱਛ ਫੁੱਟਦਾ ਮੁੰਡਾ ਵੀ ਸੀ। ਉਹ ਆਪਣੀ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਸੀ। ਹੁਣੇ ਹੀ ਉਸ ਦਾ ਵਿਆਹ ਹੋਇਆ ਸੀ ਅਤੇ ਵਿਆਹ ਦੇ ਸ਼ਗਨ ਦਾ ਗਾਨਾ ਅਜੇ ਉਸ ਦੇ ਹੱਥ ਵਿੱਚ ਬੱਧਾ ਹੋਇਆ ਸੀ। ਦਿੱਲੀ ਜਾ ਕੇ ਸਾਰੇ ਸਿੰਘ ਕਤਲ ਕੀਤੇ ਜਾਣਗੇ, ਇਹ ਸੁਣ ਕੇ ਉਸ ਗੱਭਰੂ ਦੀ ਮਾਂ ਵਾਹੋ ਦਾਹੀ ਦਿੱਲੀ ਪੁੱਜੀ ਅਤੇ ਸ਼ਾਹੀ ਵਜ਼ੀਰ ਸੈਯਦ ਅਬਦੁੱਲਾ ਦੇ ਦੀਵਾਨ ਰਤਨ ਚੰਦ ਪਾਸ ਪਹੁੰਚੀ, ਜੋ ਇੱਕ ਹਿੰਦੂ ਸੀ। ਇਸ ਦੀਵਾਨ ਨੂੰ ਆਪਣੀ ਵਿਥਿਆ ਸੁਣਾਈ ਅਤੇ ਫਿਰ ਉਸ ਦੀ ਸਹਾਇਤਾ ਨਾਲ ਸ਼ਾਹੀ ਵਜ਼ੀਰ ਅਬਦੁੱਲਾ ਅਤੇ ਫਰੁਖਸ਼ੀਰ ਪਾਸ ਕੂਕ ਕੇ ਫਰਿਆਦ ਕੀਤੀ। ਬਾਦਸ਼ਾਹ ਦੇ ਹੁਕਮ ਵਿੱਚ ਇਹ ਰਿਆਇਤ ਸੀ ਕਿ ਜੋ ਮੁਸਲਮਾਨ ਧਰਮ ਕਬੂਲ ਕਰ ਲਵੇ ਉਹ ਕੈਦੀ ਛੱਡ ਦਿੱਤਾ ਜਾਵੇਗਾ। ਦੀ ਓਟ ਲੈ ਕੇ ਇਸ ਬਿਰਧ ਮਾਤਾ ਨੇ ਸੰਭਵ ਹੈ ਕਿ ਦੀਵਾਨ ਰਤਨ ਚੰਦ ਨੇ ਹੀ ਇਹ ਪੱਟੀ ਪੜ੍ਹਾਈ ਹੋਵੇ, ਬੇਨਤੀ ਕੀਤੀ ਕਿ ਮੇਰਾ ਪੁੱਤਰ ਫੜ ਕੇ ਲਿਆਂਦੇ ਹੋਏ ਸਿੱਖਾਂ ਪਾਸ ਪਹਿਲਾਂ ਹੀ ਕੈਦ ਸੀ। ਉਹ ਆਪ ਬਿਲਕੁਲ ਸਿੱਖ ਨਹੀਂ ਹੈ। ਉਹਨਾਂ ਦੇ ਨਾਲ ਸ਼ਾਹੀ ਫੌਜ ਦੀ ਕੈਦ ਵਿੱਚ ਇੱਥੇ ਆਇਆ ਹੈ ਅਤੇ ਹੁਣ ਬੇਗੁਨਾਹ ਉਹਨਾਂ ਸਿੱਖਾਂ ਨਾਲ ਮਾਰਿਆ ਜਾ ਰਿਹਾ ਹੈ। ਮਾਤਾ ਦਾ ਵਿਰਲਾਪ ਸੁਣ ਕੇ ਫਰੁਖਸ਼ੀਰ ਦੇ ਦਿਲ ਵਿੱਚ ਤਰਸ ਆ ਗਿਆ ਅਤੇ ਉਸ ਨੂੰ ਛੱਡ ਦੇਣ ਦਾ ਹੁਕਮ ਇੱਕ ਅਫਸਰ ਨੂੰ ਦੇ ਕੇ ਉਸ ਬੁੱਢੀ ਮਾਂ ਨਾਲ ਸਰਬਗਾਹ ਖਾਣ ਵੱਲ ਤੋਰਿਆ। ਮਾਤਾ ਇਹ ਹੁਕਮ ਲੈ ਕੇ ਕਤਲ ਵਾਲੀ ਥਾਂ ਉਸ ਵੇਲੇ ਪਹੁੰਚੀ ਜਦ ਕਤਲ ਹੋਣ ਵਾਲੇ ਸਿੰਘਾਂ ਦੀ ਕਤਾਰ ਦੇ ਸਿਰੇ ਤੇ ਜਲਾਦ ਲਹੂ ਚੋਂਦੀ ਤਲਵਾਰ ਲੈ ਕੇ ਉਸ ਮੁੰਡੇ ਦੇ ਪਾਸ ਖੜਾ ਸੀ। ਮਾਤਾ ਨੇ ਦੁਹਾਈ ਪਾਈ ਕਿ ਵੇਖਿਓ
ਲੋੜਾ ਨਾ ਮਾਰ ਦਿਓ। ਇਹ ਹੁਕਮ ਲਵੋ। ਅਫਸਰ ਨੇ ਕੋਤਵਾਲ ਨੂੰ ਹੁਕਮ ਵਿਖਾਇਆ। ਉਸਨੇ ਲੜਕੇ ਨੂੰ ਉਠਾ ਕੇ ਬਾਹਰ ਲੈ ਆਂਦਾ ਅਤੇ ਕਿਹਾ, ਜਾ ਤੈਨੂੰ ਬਾਦਸ਼ਾਹ ਵੱਲੋਂ ਛੱਡ ਦਿੱਤਾ ਗਿਆ ਹੈ, ਕਿਉਂਕਿ ਇਸ ਮਾਤਾ ਨੇ ਬਾਦਸ਼ਾਹ ਪਾਸ ਫਰਿਆਦ ਕੀਤੀ ਸੀ ਕਿ ਮੇਰਾ ਲੜਕਾ ਸਿੱਖ ਨਹੀਂ ਹੈ ਅਤੇ ਇਹ ਬੇਗੁਨਾਹ ਹੀ ਮਾਰਿਆ ਜਾ ਰਿਹਾ ਹੈ। ਕਤਲ ਹੋਣ ਵਾਲੇ ਸਿੱਖਾਂ ਨਾਲ ਇਸ ਦਾ ਦੂਰ ਦੂਰ ਤੱਕ ਕੋਈ ਸੰਬੰਧ ਨਹੀਂ। ਤੂੰ ਬੜੀ ਖੁਸ਼ੀ ਨਾਲ ਜਾ ਸਕਦਾ। ਅੱਲਾਹ ਪਾਕ ਅਤੇ ਜਿਲੇ ਇਲਾਹੀ ਦਾ ਲੱਖ ਲੱਖ ਸ਼ੁਕਰ ਕਰੋ ਕਿ ਐਨ ਮੌਕੇ ਉੱਤੇ ਤੈਨੂੰ ਮੌਤ ਦੇ ਪੰਜੇ ਚੋਂ ਬਚਾ ਲਿਆ ਹੈ। ਪਰ ਉਸ ਲੜਕੇ ਨੇ ਇਸ ਹੁਕਮ ਨੂੰ ਮੰਨ ਕੇ ਰਿਹਾ ਹੋਣੋਂ ਇਨਕਾਰ ਕਰ ਦਿੱਤਾ ਅਤੇ ਉੱਚੀ ਉੱਚੀ ਕਹਿਣ ਲੱਗਾ, ਮੇਰੀ ਮਾਂ ਝੂਠ ਬੋਲਦੀ ਹੈ। ਮੈਂ ਸੱਚੇ ਦਿਲੋਂ ਆਪਣੇ ਗੁਰੂ ਦਾ ਸਿਦਕ, ਭਰੋਸੇ ਵਾਲਾ ਅਤੇ ਉਸ ਤੋਂ ਜਾਨ ਵਾਰਨ ਵਾਲਾ ਸਿੱਖ ਹਾਂ। ਮੈਂ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ। ਦੇਰ ਨਾ ਕਰੋ, ਮੈਨੂੰ ਜਲਦੀ ਮੇਰੇ ਗੁਰਭਾਈਆਂ ਪਾਸ ਪਹੁੰਚਾਓ। ਬੁੱਢੜੀ ਦੇ ਵਿਰਲਾਪ, ਮਿੰਨਤਾਂ ਅਤੇ ਸਮਝਾਉਣੀਆਂ, ਕੋਤਵਾਲ ਅਤੇ ਹੋਰ ਦੂਸਰੇ ਅਫਸਰਾਂ ਦੀਆਂ ਨਸੀਹਤਾਂ ਦਾ ਲੜਕੇ ਨੇ ਕੋਈ ਅਸਰ ਨਾ ਕਬੂਲਿਆ। ਕੁੱਲ ਦਰਸ਼ਕ ਮੂੰਹ ਵਿੱਚ ਉਂਗਲਾਂ ਪਾਈ ਹੈਰਾਨਗੀ ਨਾਲ ਮੂਰਤ ਬਣ ਗਏ ਜਦ ਉਹ ਮੁੰਡਾ ਮੁੜ ਕੇ ਆਪਣੀ ਥਾਂ ਤੇ ਜਾ ਬੈਠਾ ਅਤੇ ਕਤਲ ਹੋਣ ਲਈ ਧੌਣ ਜਲਾਦਾਂ ਅੱਗੇ ਕਰ ਦਿੱਤੀ। ਤਾਰੀਖ-ਏ-ਮੁਹੰਮਦ ਸ਼ਾਹੀ ਦੇ ਲਿਖਾਰੀ ਨੇ ਇਸ ਖੂਨੀ ਦਾਸਤਾਨ ਨੂੰ ਕੁਝ ਹੋਰ ਤਰ੍ਹਾਂ ਬਿਆਨ ਕੀਤਾ ਹੈ। ਉਸ ਦੀ ਲਿਖਤ ਤੋਂ ਪਤਾ ਲੱਗਦਾ ਹੈ ਕਿ ਜਦ ਜ਼ਕਰੀਆ ਖਾਂ ਬੰਦਾ ਸਿੰਘ ਅਤੇ ਦੂਸਰੇ ਸਿੰਘਾਂ ਨੂੰ ਲਾਹੌਰੋਂ ਲੈ ਕੇ ਦਿੱਲੀ ਨੂੰ ਤੁਰਿਆ, ਕੈਦੀਆਂ ਦੀ ਗਿਣਤੀ ਵਧਾਉਣ ਲਈ ਰਾਹ ਦੇ ਸੱਜਿਓਂ ਖੱਬਿਓਂ ਦੂਰ ਤੱਕ ਜੋ ਸਿੱਖ ਸੁਣਿਆ ਬੰਨ ਮੰਗਵਾਉਂਦਾ ਸੀ ਅਤੇ ਜਦ ਸਿੰਘਾਂ ਨੂੰ ਲੈ ਕੇ ਦਿੱਲੀ ਪਾਸ ਪੁੱਜਾ ਤਾਂ ਸੂਹੀਆਂ ਤੋਂ ਪਤਾ ਲੱਗਾ ਕਿ ਉਹ ਸਾਹਮਣੇ ਪਿੰਡ ਵੀ ਇੱਕ ਛੋਕਰਾ ਸਿੰਘ ਸੱਜ ਗਿਆ ਹੈ। ਉਸੇ ਵੇਲੇ ਉਸ ਨੂੰ ਫੜ ਮੰਗਵਾਉਣ ਦਾ ਹੁਕਮ ਪਾ ਕੇ ਕੁਝ ਸਵਾਰ ਉਸ ਪਿੰਡ ਵੱਲ ਗਏ। ਕੁਦਰਤ ਬੜੀ ਬੇਨਿਆਜ਼ ਹੈ। ਉਹ ਅਜੇ ਵਿਆਹ ਕਰਵਾ ਕੇ ਆਇਆ ਹੀ ਸੀ ਅਤੇ ਡੋਲਾ ਅਜੇ ਘਰ ਨਹੀਂ ਸੀ ਪੁੱਜਾ। ਇਹ ਮੌਤ ਦੇ ਗੁਮਾਸ਼ ਤੇ ਆਣ ਅੱਪੜੇ ਸ਼ਗਨ ਵਿਹਾਰ ਨਾਲ ਅਤੇ ਪਾਣੀ ਵਾਰ ਕੇ ਜੋੜੀ ਨੂੰ ਘਰ ਲੰਘਾਉਣ ਦੇ ਚਾਵਾਂ ਮਲਾਰਾਂ ਵਿੱਚ ਘਰ ਵਾਲਿਆਂ ਅਤੇ ਰਿਸ਼ਤੇਦਾਰਾਂ ਨੂੰ ਮਾਂ ਲੈ ਕੇ ਬੂਹੇ ਵਿੱਚ ਹੀ ਖੜੀ ਸੀ ਕਿ ਮੁੰਡੇ ਨੂੰ ਜਮਦੂਤਾਂ ਨੇ ਨਪੀੜ ਲਿਆ ਅਤੇ ਘਰ ਵਾਲਿਆਂ ਦੀਆਂ ਖੁਸ਼ੀਆਂ ਅਤੇ ਚਾਅ ਸਭ ਸੋਗ ਵਿੱਚ ਬਦਲ ਗਏ। ਬਾਪ ਤਾਂ ਗਰੀਬ ਦਾ ਪਹਿਲਾਂ ਹੀ ਮਰ ਚੁੱਕਾ ਸੀ, ਜੋ ਇਸ ਔਖ ਦੀ ਘੜੀ ਵੇਲੇ ਸਹਾਇਤਾ ਕਰਦਾ। ਜਾਂਝੀਆਂ ਅਤੇ ਪਿੰਡ ਵਾਲਿਆਂ ਵਿੱਚੋਂ ਹੋਰ ਕਿਸੇ ਆਦਮੀ ਦਾ ਹੀਆ ਨਾ ਪਿਆ ਕਿ ਇਸ ਅਨਾਥ ਅਤੇ ਬੇਦੋਸ਼ੇ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਇਹ ਸੀ ਮੁਗਲਾਂ ਦੇ ਜ਼ੁਲਮੀ ਰਾਜ ਦੇ ਸਿਤਮ ਦਾ ਸਿਖਰ। ਵਿਧਵਾ ਮਾਂ ਨੂੰ ਧੀਰਜ ਅਤੇ ਚੈਨ ਕਿਵੇਂ ਆਵੇ। ਉਹ ਆਪਣੀ ਸੱਜ ਵਿਆਹੀ ਨੂੰਹ ਨੂੰ, ਜੋ ਡੋਲੇ ਵਿੱਚ ਹੀ ਵਿਧਵਾ ਹੋ ਗਈ ਸੀ, ਨਾਲ ਲੈ ਕੇ ਵਾਹੋ ਦਾਹੀ ਦਿੱਲੀ ਵੱਲ ਵਗ ਤੁਰੀ ਅਤੇ ਬਾਦਸ਼ਾਹ ਦੀ ਕਚਹਿਰੀ ਅੱਗੇ ਜਾ ਕੇ ਹਾਲ ਦੁਹਾਈ ਪਾਈ। ਜ਼ੁਲਮ ਜ਼ਬਰ ਦਾ ਰਾਜ, ਗਰੀਬਾਂ ਬੇਕਸਾਂ ਉੱਤੇ ਕਿਆਮਤ ਦਾ ਸਮਾਂ, ਸੱਚ ਬੋਲਿਆਂ ਖਲਾਸੀ ਹੋਣ ਦੀ ਕੋਈ ਆਸ ਨਹੀਂ ਸੀ। ਜੇ ਆਖ ਦੇਵੇ ਕਿ ਮੇਰੇ ਬੇਦੋਸ਼ੇ ਪੁੱਤਰ ਨੂੰ ਹੀ ਫੜ ਲਿਆ ਹੈ ਤਾਂ ਪੁੱਤਰ ਦੇ ਨਾਲ ਆਪਣੀ ਵੀ ਮੌਤ ਅਵੱਸ਼ ਹੈ। ਉਸਨੇ ਵਿਚਾਲੀ ਇਹ ਕਹਾਣੀ ਘੜੀ ਕਿ ਇੱਕ ਵਾਰ ਸਿੰਘਾਂ ਪਿੰਡ ਲੁੱਟਿਆ ਅਤੇ ਮੇਰਾ ਨਵਾਂ ਵਿਆਹਿਆ ਪੁੱਤਰ ਵੀ ਲੁੱਟ ਦੇ ਮਾਲ ਦੇ ਨਾਲ ਹੀ ਲੈ ਗਏ। ਉਸਦੀ ਵਿਆਹੀ ਆਈ ਵਹੁਟੀ ਦੇ ਹੱਥਾਂ ਪੈਰਾਂ ਦੀ ਮਹਿੰਦੀ ਅਜੇ ਉਸੇ ਤਰ੍ਹਾਂ ਹੈ। ਉਸ ਮਾਸੂਮ ਦਾ ਗਾਨਾ ਵੀ ਅਜੇ ਤੱਕ ਕਿਸੇ ਨਹੀਂ ਖੋਲਿਆ। ਦੁਹਾਈ ਹੈ ਬਾਦਸ਼ਾਹ ਸਲਾਮਤ। ਕੂਕਦੀ ਬੁੱਢੜੀ ਦੇ ਹਾੜੇ, ਵਿਰਲਾਪ ਅਤੇ ਵੇਹੜਿਆਂ ਨੇ ਬੇਰਹਿਮ ਅਤੇ ਪੱਥਰ ਦਿਲ ਹਾਕਮਾਂ ਦੇ ਦਿਲਾਂ ਨੂੰ ਨਰਮ ਕਰ ਦਿੱਤਾ ਅਤੇ ਬਾਦਸ਼ਾਹ ਤੋਂ ਫਰਮਾਨ ਜਾਰੀ ਕਰਵਾ ਦਿੱਤਾ ਕਿ ਇਸ ਦੇ ਪੁੱਤਰ ਨੂੰ ਛੱਡ ਦਿੱਤਾ ਜਾਵੇ, ਕਿਉਂਕਿ ਉਸ ਦਾ ਸਿੰਘਾਂ ਨਾਲ ਕੋਈ ਸੰਬੰਧ ਨਹੀਂ ਹੈ। ਇਹ ਹੁਕਮ ਲੈ ਕੇ ਜਦ ਉਹ ਕੋਤਵਾਲ ਪਾਸ ਪੁੱਜੀ ਤਾਂ ਕੀ ਵੇਖਦੀ ਹੈ ਕਿ ਸਿੰਘਾਂ ਦੀ ਇੱਕ ਕਤਾਰ ਕੋਤਵਾਲੀ ਦੇ ਸਾਹਮਣੇ ਬੈਠੀ ਹੈ। ਇੱਕ ਇੱਕ ਸਿੰਘ ਨੂੰ ਸ਼ਾਹੀ ਅਮੀਰ ਮੁਸਲਮਾਨ ਧਰਮ ਗ੍ਰਹਿਣ ਕਰਨ ਲਈ ਉਪਦੇਸ਼ ਅਤੇ ਲਾਲਚ ਦਿੰਦੇ ਹਨ ਅਤੇ ਜਦ ਉਹ ਆਪਣਾ ਧਰਮ ਤਿਆਗਣੋਂ ਇਨਕਾਰ ਕਰ ਦਿੰਦਾ ਹੈ ਤਾਂ ਉਸ ਨੂੰ ਉਹ ਬੁਰੀ ਤਰ੍ਹਾਂ ਤਸੀਹੇ ਦੇ ਕੇ ਕੋਹ ਸੁੱਟਿਆ ਜਾਂਦਾ ਹੈ। ਬੁੱਢੜੀ ਨੇ ਡਿੱਠਾ ਕਿ ਉਸ ਵੇਲੇ ਉਸਦੇ ਪੁੱਤਰ ਦੀ ਹੀ ਵਾਰੀ ਸੀ ਅਤੇ ਲਹੂ ਭਿੱਜੀ ਤਲਵਾਰ ਸੂਤੀ ਜਲਾਦ ਤਿਆਰ ਖੜਾ ਸੀ ਕਿ ਇਸ਼ਾਰਾ ਪਾ ਕੇ ਆਪਣੀ ਕਸਾਈ ਕਾਰਜ ਆਰੰਭੇ। ਮਾਂ ਦੀਆਂ ਅੱਖਾਂ ਮੂਹਰੇ ਹਨੇਰਾ ਛਾ ਗਿਆ। ਉਸਨੇ ਉੱਚੀ ਉੱਚੀ ਦੁਹਾਈ ਪਾਈ ਅਤੇ ਬਾਦਸ਼ਾਹ ਦੇ ਹਜ਼ੂਰੋਂ ਆਏ ਅਫਸਰ ਨੇ ਮੁੰਡੇ ਨੂੰ ਛੱਡ ਦਿੱਤੇ ਜਾਣ ਦਾ ਹੁਕਮ ਕੋਤਵਾਲ ਨੂੰ ਵਿਖਾ ਕੇ ਕਹਿ ਦਿੱਤਾ ਕਿ ਇਸ ਨੂੰ ਛੱਡ ਦਿੱਤਾ ਜਾਵੇ। ਸ਼ਹੀਦ ਹੋਣ ਲਈ ਤਿਆਰ ਖੜੇ ਇਸ ਨੌਜਵਾਨ ਨੇ ਉੱਚੀ ਸਾਰੀ ਕਿਹਾ, ਮੈਂ ਨਹੀਂ ਜਾਣਦਾ
ਇਹ ਕਿਸ ਦੀ ਮਾਂ ਹੈ ਅਤੇ ਇਹ ਬਹੂ ਕਿੱਥੋਂ ਲਿਆਈ ਹੈ? ਇਹ ਕਿਸ ਕਿਸ ਕਿਸਮ ਦੀਆਂ ਗੱਲਾਂ ਕਰਦੇ ਹੋ? ਮੇਰੇ ਨਾਲ ਦੇ ਸਾਥੀ ਸਿੰਘ ਤਾਂ ਅੱਗੇ ਚਲੇ ਗਏ ਹਨ, ਪਰ ਮੇਰੇ ਜਾਣ ਦਾ ਸਮਾਂ ਮੈਥੋਂ ਖੁੰਝਦਾ ਜਾ ਰਿਹਾ ਹੈ। ਦੇਰੀ ਮੈਨੂੰ ਅਤੇ ਤੁਹਾਨੂੰ ਦੁੱਖ ਦੇਣ ਵਾਲੀ ਹੈ। ਬੁੱਢੜੀ ਬੜਾ ਤੜਫੀ, ਬਹੁਤ ਰੋਈ। ਹਾਕਮਾਂ ਨੇ ਵੀ ਬਹੁਤ ਸਮਝਾਇਆ ਕਿ ਬਾਜ਼ ਆ ਜਾਵੇ, ਪਰ ਮੁੰਡਾ ਨਾ ਮੰਨਿਆ ਅਤੇ ਅੰਤ ਨੂੰ ਇਹ ਸੱਚਾ ਪਰਵਾਨਾ ਸ਼ਹਾਦਤ ਦੀ ਸ਼ਮਾ ਤੇ ਕੁਰਬਾਨ ਹੋ ਗਿਆ ਅਤੇ ਆਪਣੇ ਸਾਥੀਆਂ ਨੂੰ ਜਾ ਮਿਲਿਆ। 7 ਕੁ ਦਿਨਾਂ ਵਿੱਚ ਸਾਰੇ ਸਿੰਘ ਕਤਲ ਕਰਕੇ ਖਤਮ ਕਰ ਦਿੱਤੇ ਗਏ। ਜਦ ਬੰਦਾ ਸਿੰਘ ਅਤੇ ਉਸਦੇ ਸਾਥੀ ਕੈਦ ਕਰਕੇ ਦਿੱਲੀ ਲਿਆਂਦੇ ਗਏ ਤਾਂ ਸਾਰਿਆਂ ਨੂੰ ਕਤਲ ਕੀਤੇ ਜਾਣ ਦਾ ਹੁਕਮ ਹੋਇਆ। ਧਰਮ ਗੁਆ ਕੇ ਕੋਈ ਵੀ ਜਾਨ ਬਚਾਉਣ ਲਈ ਤਿਆਰ ਨਾ ਹੋਇਆ। ਸਾਰੇ ਹੀ ਕਤਲ ਕੀਤੇ ਗਏ। ਬਾਬਾ ਸਰੂਪ ਦਾਸ ਭੱਲਾ ਨੇ ਮਹਿਮਾ ਪ੍ਰਕਾਸ਼ ਵਿੱਚ ਇਹ ਸਾਖੀ ਇਸ ਤਰ੍ਹਾਂ ਵਰਣਨ ਕੀਤੀ ਹੈ ਕਿ ਉਨੀ ਦਿਨੀ ਮਾਤਾ ਸੁੰਦਰੀ ਜੀ ਕਲਗੀਧਰ ਜੀ ਦੇ ਮਹਿਲ ਦਿੱਲੀ ਰਹਿੰਦੇ ਸਨ। ਜਦ ਉਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਕੈਦੀਆਂ ਵਿੱਚ ਇੱਕ ਭਲੇ ਸਾਹਿਬਜ਼ਾਦੇ ਬਾਬਾ ਕਾਹਨ ਸਿੰਘ, ਬਾਬਾ ਵਿਨੋਦ ਸਿੰਘ ਜੀ ਦੇ ਪੁੱਤਰ ਵੀ ਹਨ, ਤਾਂ ਉਹਨਾਂ ਸ਼ਹਿਰ ਦੇ ਸਿੰਘਾਂ ਨੂੰ ਬੁਲਾ ਕੇ ਕਿਹਾ ਕਿ ਜਿਵੇਂ ਵੀ ਹੋ ਸਕੇ ਕਾਹਨ ਸਿੰਘ ਨੂੰ ਬਚਾਇਆ ਜਾਵੇ। ਸਿੱਖਾਂ ਨੇ ਕਿਸੇ ਢੰਗ ਨਾਲ ਰਸਾਈ ਪੈਦਾ ਕਰਕੇ ਕੋਤਵਾਲ ਦੇ ਪਹਿਰੇਦਾਰਾਂ ਨੂੰ ਬੜੀ ਭਾਰੀ ਰਿਸ਼ਵਤ ਦੇ ਕੇ ਅਤੇ ਬਾਬਾ ਜੀ ਦੇ ਥਾਂ ਇੱਕ ਹੋਰ ਸਿੰਘ ਨੂੰ ਬਿਠਾ ਕੇ ਆਪ ਨੂੰ ਕੈਦੋਂ ਬਾਹਰ ਲੈ ਆਂਦਾ ਅਤੇ ਬੜੇ ਮਾਣ ਸਤਿਕਾਰ ਸਾਹਿਤ ਪੰਜਾਬ ਵੱਲ ਤੋਰ ਦਿੱਤਾ। ਇੰਜ ਸਿੰਘਾਂ ਨੇ ਮਾਤਾ ਜੀ ਦੇ ਹੁਕਮ ਨੂੰ ਸਿਰੇ ਚਾੜਿਆ। ਨੋਟ: ਮਾਤਾ ਜੀ ਦਾ ਹੁਕਮ ਮੰਨ ਕੇ ਜੋ ਸਿੱਖ ਬਾਬਾ ਜੀ ਨੂੰ ਬਚਾਉਣ ਲਈ ਆਪ ਕਤਲ ਹੋਣ ਲਈ ਅੰਦਰ ਚਲਾ ਗਿਆ, ਲਿਖਾਰੀ ਨੇ ਉਸ ਦਾ ਨਾਮ ਨਹੀਂ ਦਿੱਤਾ। ਸੰਭਵ ਹੈ ਕਿ ਇਸ ਭੇਤ ਨੂੰ ਜਾਣਬੁੱਝ ਕੇ ਗੁਪਤ ਰੱਖਿਆ ਗਿਆ ਹੋਵੇ ਤਾਂ ਕਿ ਪਤਾ ਲੱਗ ਜਾਣ ਤੇ ਜਾਬਰ ਸਰਕਾਰ ਉਸ ਦੇ ਵਾਲੀ ਵਾਰਸਾਂ ਨੂੰ ਪਿੱਛੋਂ ਵਿੱਚ ਧਰ ਨਾ ਲਵੇ। ਮੁਮਕਿਨ ਹੈ ਕਿ ਇਸ ਭੇਤ ਨੂੰ ਬਣਾਈ ਰੱਖਣ ਲਈ ਸਰਬਰਾਹ ਖਾਂ ਕੋਤਵਾਲ ਨੇ ਇਹ ਸ਼ਰਤ ਲਾਈ ਹੋਵੇ। ਪਰ ਸਭ ਤੋਂ ਵੱਧ ਵੇਖਣ ਵਾਲੀ ਗੱਲ ਇਹ ਹੈ ਕਿ ਉਸ ਧਰਮੀ ਦਾ ਸਿੱਖੀ ਜਜ਼ਬਾ ਅਤੇ ਆਪਣੇ ਭਰਾਵਾਂ ਦੇ ਕੰਮ ਆ ਕੇ ਮਾਤਾ ਜੀ ਦੇ ਕੀਤੇ ਬਚਨ ਦੀ ਪਾਲਣਾ ਕਰਨ ਦੀ ਸਪਿਰਿਟ। ਸ਼ਾਇਦ ਹੀ ਕਿਧਰੇ ਇਹੋ ਜਿਹੀ ਮਿਸਾਲ ਮਿਲਦੀ ਹੋਵੇ। ਬਗੈਰ ਕਿਸੇ ਲਾਲਚ ਜਾਂ ਡਰ ਖੌਫ ਦੇ ਆਪਣੀ ਜਾਨ ਲੇਖੇ ਲਾ ਕੇ ਦੂਸਰੇ ਨੂੰ ਬਚਾ ਲੈਣਾ ਵਿਰਲੇ ਸੂਰਮਿਆਂ ਦਾ ਕੰਮ ਹੈ। ਇਹ ਸਭ ਤੋਂ ਵੱਡੀ ਹੈਰਤ ਅਤੇ ਅਥਾਹ ਅਫਸੋਸ ਵਾਲੀ ਗੱਲ ਹੈ ਕਿ ਇਸ ਅਨਮੋਲ ਸੂਰਮੇ ਦਾ ਨਾਮ ਆਪਣੇ ਗੌਰਵਮਈ ਇਤਿਹਾਸ ਦੇ ਖਜ਼ਾਨੇ ਵਿੱਚ ਸਾਂਭ ਨਹੀਂ ਸਕੇ। ਕਾਸ਼ ਅਸੀਂ ਇਸ ਧਰਮਵੀਰ ਦਾ ਨਾਮ ਅਤੇ ਉਸ ਦਾ ਪਿਛੋਕੜ ਜਾਣ ਸਕਦੇ। ਇਹ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸਾਰੇ ਆਪਣੇ ਧਰਮ ਅਤੇ ਸਾਬਤ ਕਦਮ ਰਹੇ। ਕਿਸੇ ਨੇ ਵੀ ਜਾਨ ਬਚਾਉਣ ਬਦਲੇ ਮੁਸਲਮਾਨ ਹੋਣਾ ਪ੍ਰਵਾਨ ਨਾ ਕੀਤਾ। ਜਿਸ ਦਿਨ ਸਿੰਘਾਂ ਦਾ ਆਖਰੀ ਜਥਾ ਕਤਲ ਕੀਤਾ ਗਿਆ ਉਸ ਦਿਨ ਫੱਗਣ ਦੀ ਸੰਗਰਾਂਦ ਸੀ। ਤਰੀਖ ਏ ਮੁਹੰਮਦ ਸ਼ਾਹੀ ਦਾ ਕਰਤਾ ਲਿਖਦਾ ਹੈ ਕਿ ਸ਼ਹਿਰ ਦੇ ਬਜ਼ੁਰਗਾਂ ਦੀ ਜਵਾਨੀ ਸੀ ਕਿ ਇਸ ਤਰ੍ਹਾਂ ਇਨਸਾਨੀ ਖੂਨ ਡੁੱਲਦਾ ਪਹਿਲਾਂ ਕਦੀ ਨਹੀਂ ਸੀ ਵੇਖਿਆ ਗਿਆ। ਸਿੰਘਾਂ ਨੂੰ ਕਤਲ ਕਰ ਦੇਣ ਤੋਂ ਬਾਅਦ ਵੀ ਜਰਵਾਣੇ ਹਾਕਮਾਂ ਦਾ ਸੀਨਾ ਠੰਡਾ ਨਹੀਂ ਸੀ ਹੁੰਦਾ ਅਤੇ ਕਤਲ ਹੋਈਆਂ ਉੱਤੇ ਹੋਰ ਗੱਚ ਕੱਢਦੇ। ਸਭ ਸਿੰਘਾਂ ਨੂੰ ਕਤਲ ਕਰਕੇ ਉਹਨਾਂ ਦੇ ਸਿਰ ਸ਼ਹਿਰ ਵਿੱਚ ਥਾਂ ਥਾਂ ਰੁੱਖਾਂ ਨਾਲ ਲਟਕਾਏ ਗਏ। ਧੜਾਂ ਦੇ ਟੋਟੇ ਕਰਕੇ ਕਿਤੇ ਲੱਤਾਂ, ਕਿਤੇ ਬਾਹਾਂ, ਕਿਤੇ ਸਾਰਾ ਧੜ ਹੀ ਰੁੱਖ ਨਾਲ ਲਟਕਾ ਦਿੱਤਾ ਗਿਆ। ਕਈ ਥਾਈਂ ਜ਼ਮੀਨ ਵਿੱਚ ਵਾਸ ਅਤੇ ਨੇਜੇ ਸੇਲੇ ਗੱਡ ਕੇ ਉਹਨਾਂ ਉੱਤੇ ਸਿੰਘਾਂ ਦੇ ਸਿਰ ਟੰਗੇ ਹੋਏ ਸਨ। ਸ਼ਹਿਰ ਵਿੱਚੋਂ ਕਿਸੇ ਨੂੰ ਜੁਰਤ ਨਾ ਪਈ ਕਿ ਅੱਗੇ ਹੋ ਕੇ ਹਾਕਮਾਂ ਤੱਕ ਰਸਾਈ ਕਰਕੇ ਆਗਿਆ ਲੈ ਕੇ ਇਹਨਾਂ ਦਾ ਦਾਹ ਸੰਸਕਾਰ ਕਰੇ। ਸੋ ਕਿਸੇ ਇੱਕ ਸਿੰਘ ਦਾ ਵੀ ਸੰਸਕਾਰ ਨਾ ਹੋ ਸਕਿਆ। ਸਾਰੀਆਂ ਲਾਸ਼ਾਂ ਤੇ ਉਹਨਾਂ ਦੇ ਕੀਤੇ ਹੋਏ ਟੋਟੇ ਸ਼ਹਿਰ ਵਿੱਚ ਜਾਂ ਇਸ ਦੇ ਦੁਆਲੇ ਦੇ ਰੁੱਖਾਂ ਉੱਤੇ ਟੰਗੇ ਹੋਏ ਸਨ। 4,000 ਸਿਰ, ਇਸ ਤੋਂ ਦੂਣੀਆਂ ਤੀਣੀਆਂ ਲੱਤਾਂ, ਬਾਹਾਂ ਅਤੇ ਧੜਾਂ ਰੁੱਖਾਂ ਨਾਲ ਲਟਕਣਾ, ਉਹਨਾਂ ਦੇ ਮਾਸ ਨੂੰ ਕਾਵਾਂ, ਇੱਲਾਂ ਅਤੇ ਗਿਰਜਾਂ ਨੇ ਨੋਚ-ਨੋਚ ਕੇ ਖਾਣਾ ਅਤੇ ਉੱਤੇ ਮੱਖੀਆਂ ਦਾ ਭਿਣ ਭਿਣਾਉਣ ਅਤੇ ਨਾ ਬਰਦਾਸ਼ਤ ਹੋਣ ਵਾਲੀ ਬਦਬੂ ਦਾ ਸਾਰੇ ਸ਼ਹਿਰ ਵਿੱਚ ਫੈਲਣਾ ਕਿੰਨੇ ਭਿਆਨਕ ਨਜ਼ਾਰੇ ਸਨ। ਜਦ ਮਾਸ ਨੋਚ ਲਿਆ ਤਾਂ ਰੁੱਖਾਂ ਨਾਲ ਹੱਡੀਆਂ ਅਤੇ ਪਿੰਜਰ ਹੀ ਲਟਕਦੇ ਰਹੇ। ਉਹਨਾਂ ਨੂੰ ਕਿਸੇ ਨੇ ਨਹੀਂ ਉਤਾਰਿਆ। ਅੰਤ ਕੁਝ ਦਿਨ ਪਾ ਕੇ ਹੌਲੀ-ਹੌਲੀ ਉਹ ਵੀ ਜ਼ਮੀਨ ਤੇ ਡਿੱਗ ਪਏ। ਕੈਦੀਆਂ ਨੂੰ ਬਗੈਰ ਕਿਸੇ ਪੁੱਛ ਪੜਤਾਲ ਜਾਂ ਅਦਾਲਤ ਦੇ ਹਵਾਲੇ ਕਰਕੇ ਉਹਨਾਂ ਦੇ ਜੁਰਮ ਨਿਤਾਰਨ ਤੋਂ ਬਿਨਾਂ ਯੱਕ ਹੁਲਮ ਤਲਵਾਰ ਦੇ ਘਾਟ ਉਤਾਰ ਕੇ
ਉਹਨਾਂ ਦੇ ਅੰਗਾਂ ਦੇ ਡਕਰੇ ਕਰਕੇ ਇਸ ਤਰ੍ਹਾਂ ਲੋਕਾਂ ਦੇ ਵੇਖਣ ਲਈ ਰੁੱਖਾਂ ਨਾਲ ਟੰਗਣਾ ਉਸ ਵੇਲੇ ਦੀ ਆਮ ਰਸਮ ਸੀ। ਇਹ ਇਸ ਲਈ ਕੀਤਾ ਜਾਂਦਾ ਸੀ ਕਿ ਵਿਦਰੋਹੀਆਂ ਦੀ ਕੀਤੀ ਮੰਦੀ ਹਾਲਤ ਨੂੰ ਵੇਖ ਕੇ ਲੋਕ ਭੈਭੀਤ ਹੋ ਜਾਣ ਅਤੇ ਉਹਨਾਂ ਦੇ ਦਿਲਾਂ ਉੱਤੇ ਸਰਕਾਰੀ ਤਾਕਤ ਅਤੇ ਜ਼ੁਲਮ ਜਬਰ ਕਰਨ ਦੀ ਸਮਰੱਥਾ ਦਾ ਡਰ ਸਦਾ ਲਈ ਛਾਇਆ ਰਹੇ, ਕਿਸੇ ਨੂੰ ਬਗਾਵਤ ਕਰਨ ਦਾ ਹੌਸਲਾ ਹੀ ਨਾ ਪਵੇ। ਬੰਦਾ ਸਿੰਘ ਅਤੇ ਮੁਖੀ ਸਿੰਘਾਂ ਤੇ ਤਸ਼ੱਦਦ। 700 ਤੋਂ ਵੱਧ ਸਾਰੇ ਸਿੰਘ ਕਤਲ ਕਰਕੇ ਬੰਦਾ ਸਿੰਘ ਅਤੇ ਉਸਦੇ 17 ਉੱਘੇ ਸਰਦਾਰ ਅਤੇ ਅਹਲੰਕਾਰ ਕਿਲੇ ਵਿੱਚ ਉਸੇ ਤਰ੍ਹਾਂ ਅਗਲੇ ਹੁਕਮ ਤੱਕ ਰੱਖੇ ਗਏ। ਫੱਗਣ ਦੀ ਸੰਗਰਾਂਦ ਵਾਲੇ ਦਿਨ ਸਿੰਘਾਂ ਦਾ ਆਖਰੀ ਜਥਾ ਕਤਲ ਕੀਤਾ ਗਿਆ। ਇਸ ਦਿਨ ਤੋਂ ਲੈ ਕੇ 3 ਮਹੀਨੇ ਤੱਕ ਬਿਲਕੁਲ ਚੁੱਪਚਾਪ ਰਹੀ। ਇਹ ਕੋਈ ਉਹਨਾਂ ਨਾਲ ਰਿਆਇਤ ਨਹੀਂ ਸੀ ਕੀਤੀ ਗਈ। ਇਸ ਤਰ੍ਹਾਂ ਕਰਨ ਦਾ ਅਸਲੀ ਭਾਵ ਇਹ ਸੀ ਕਿ ਬੰਦਾ ਸਿੰਘ ਜਾਂ ਉਸਦੇ ਸਰਦਾਰਾਂ ਪਾਸੋਂ ਉਹਨਾਂ ਖਜ਼ਾਨਿਆਂ ਦਾ ਪਤਾ ਕੱਢਿਆ ਜਾ ਸਕੇ ਜੋ ਸਰਹੰਦ ਜੈਸੇ ਧਨ ਦੌਲਤ ਨਾਲ ਭਰਪੂਰ ਸ਼ਹਿਰ ਦੀ ਲੁੱਟ ਤੋਂ ਇਹਨਾਂ ਦੇ ਹੱਥ ਆਏ ਅਤੇ ਕਿਤੇ ਉਜਾੜ ਬਿਆਬਾਨ ਵਿੱਚ ਕਿਸੇ ਖੁਫੀਆ ਜਗ੍ਹਾ ਵਿੱਚ ਦੱਬ ਛੱਡੇ ਸਨ। ਨਾਲ ਇਹ ਵੀ ਪਤਾ ਕੱਢਣਾ ਸੀ ਕਿ ਇਹਨਾਂ ਦੇ ਕੌਣ-ਕੌਣ ਹਮਾਇਤੀ ਬਚ ਗਏ ਹਨ ਅਤੇ ਉਹਨਾਂ ਦੇ ਪਿੰਡ ਪੀੜ ਕਿੱਥੇ-ਕਿੱਥੇ ਹਨ। ਰੋਜ਼ ਹੀ ਕਈ ਵੱਡੇ ਅਫਸਰ ਆਉਂਦੇ, ਸਿੰਘਾਂ ਨਾਲ ਹਮਦਰਦੀ ਦੀਆਂ ਗੱਲਾਂ ਕਰਦੇ, ਬਾਦਸ਼ਾਹ ਦੇ ਬੜਾ ਰਹਿਮ ਦਿਲ ਹੋਣ ਦੇ ਲਿਫਾਫੇ ਬੰਨ੍ਹਦੇ। ਖਜ਼ਾਨੇ ਦੱਸ ਦਿਓਗੇ ਤਾਂ ਸ਼ਾਇਦ ਬਾਦਸ਼ਾਹ ਦਾ ਦਿਲ ਪਸੀਜ ਹੀ ਜਾਵੇ। ਹੁਣ ਇਹ ਦੱਬੇ ਖਜ਼ਾਨੇ ਤੁਹਾਡੇ ਕਿਸ ਕੰਮ ਹਨ? ਤੁਹਾਨੂੰ ਉਹਨਾਂ ਤੋਂ ਲਾਭ ਤਾਂ ਹੀ ਹੈ ਜੇ ਤੁਹਾਨੂੰ ਉਹਨਾਂ ਦੀ ਦੱਸ ਪਾ ਦਿਓ ਤਾਂ ਤੁਹਾਨੂੰ ਮੁਆਫੀ ਮਿਲ ਜਾਵੇ। ਫਿਰ ਸਰਕਾਰ ਤੁਹਾਡੇ ਗੁਜ਼ਾਰੇ ਲਈ ਤੁਹਾਨੂੰ ਵਿੱਚੋਂ ਕੁਝ ਦੇਵੇਗੀ। ਨਾ ਦੱਸਣ ਤੇ ਖਜ਼ਾਨਾ ਤਾਂ ਕੀ ਤੁਹਾਡੇ ਹੱਥ ਆਉਣਾ, ਜਾਨਾਂ ਤੋਂ ਵੀ ਹੱਥ ਧੋ ਬੈਠੋਗੇ। ਸਿੰਘਾਂ ਦਾ ਇੱਕ ਹੀ ਤੇ ਅਖੀਰੀ ਜਵਾਬ ਸੀ, ਅਸੀਂ ਖਜ਼ਾਨੇ ਇਕੱਠੇ ਕਰਨ ਲਈ ਤੇਗਾਂ ਹੱਥ ਵਿੱਚ ਲੈ ਕੇ ਮੈਦਾਨ ਵਿੱਚ ਨਹੀਂ ਸਾਂ ਉਤਰੇ। ਅਸੀਂ ਤਾਂ ਲੁੱਟੀ ਪੁੱਟੀ ਅਤੇ ਤੁਹਾਡੇ ਜ਼ੁਲਮ ਦੇ ਪਰਲੂ ਥੱਲੇ ਦਰੜੀ ਹੋਈ ਮਾਸੂਮ ਲੁਕਾਈ ਨੂੰ ਥੱਲਿਓਂ ਕੱਢ ਕੇ ਸੁੱਖ ਦਾ ਸਾਹ ਲੈਣ ਜੋਗੀ ਕਰਨ ਆਏ ਸਾਂ। ਜੋ ਸਾਡੇ ਹੱਥ ਆਇਆ ਭੁਆ ਕੇ ਉਹਨਾਂ ਲੋੜਵੰਦਾਂ ਨੂੰ ਜੋ ਉਸਦੇ ਅਸਲ ਹੱਕਦਾਰ ਅਤੇ ਮਾਲਕ ਸਨ ਵਾਪਸ ਕਰ ਦਿੱਤਾ। ਅਸੀਂ ਬਾਣੀਏ ਬਕਾਲ ਜਾਂ ਤੁਹਾਡੇ ਵਾਂਗ ਦੌਲਤ ਧਰਤੀ ਵਿੱਚ ਦੱਬ ਕੇ ਉੱਤੇ ਸੱਪ ਬਣ ਕੇ ਬੈਠਣ ਵਾਲੇ ਨਹੀਂ। ਅਸੀਂ ਤਾਂ ਦੱਬੀਆਂ ਦੌਲਤਾਂ ਪੁੱਟ ਕੇ ਲੋਕਾਂ ਵਿੱਚ ਵੰਡਣ ਵਾਲੇ ਹਾਂ। ਸਾਨੂੰ ਕੀ ਪਈ ਸੀ ਖਜ਼ਾਨੇ ਇਕੱਠੇ ਕਰਕੇ ਦਬਦੇ ਫਿਰੀਏ। ਇਹਨਾਂ ਫਜ਼ੂਲ ਗੱਲਾਂ ਵਿੱਚ ਸਾਡਾ ਤੇ ਆਪਣਾ ਸਮਾਂ ਨਸ਼ਟ ਨਾ ਕਰੋ। ਸਾਡੇ ਉੱਤੇ ਨਾ ਕਿਸੇ ਲਾਲਚ ਦਾ ਅਸਰ ਹੈ, ਨਾ ਡਰ ਹੈ। ਤੁਹਾਡਾ ਬਾਦਸ਼ਾਹ ਅਤੇ ਤੁਸੀਂ ਕਿੱਡੇ ਕੁ ਰਹਿਮ ਦਿਲ ਹੋ, ਸਾਨੂੰ ਰਤਾ ਮਾਸਾ ਵੀ ਭੁੱਲ ਨਹੀਂ। ਰਹੀ ਗੱਲ ਸਾਡੇ ਸਾਥੀਆਂ ਅਤੇ ਤੁਹਾਡੇ ਵਿਦਰੋਹੀਆਂ ਦੀ, ਸਮਝ ਲਓ ਕਿ ਸਾਰਾ ਖਾਲਸਾ ਪੰਥ ਜਿਉਂਦੀ ਆਤਮਾ ਵਾਲਾ ਅਤੇ ਇਮਾਨਦਾਰ ਮੁਸਲਮਾਨ ਅਤੇ ਹਿੰਦੂ ਸਾਡੇ ਸਾਥੀ ਹਨ ਜੋ ਸਰਕਾਰੀ ਜਬਰ ਦੇ ਵਿਰੁੱਧ ਹਨ। ਇਸ ਗਿਣਤੀ ਦਾ ਸਾਡੇ ਪਾਸ ਕੋਈ ਹਿਸਾਬ ਨਹੀਂ ਹੈ। ਤੁਹਾਡੇ ਸਾਡੇ ਵਿਚਕਾਰ ਇੱਕ ਬੜੀ ਪੱਕੀ ਲਕੀਰ ਵੱਜੀ ਹੋਈ ਹੈ। ਰਾਜਸੀ ਸ਼ਕਤੀ ਅਤੇ ਜ਼ੁਲਮ ਜਬਰ ਕਰਨ ਦੀ ਸਮਰੱਥਾ ਤੁਹਾਡੇ ਪਾਸ ਹੈ ਜੋ ਤੁਸੀਂ ਤਾਬੜਤੋੜ ਕਰੀ ਜਾ ਰਹੇ ਹੋ। ਲਕੀਰੋ ਦੂਜੇ ਪਾਸੇ ਅਸੀਂ ਹਾਂ, ਮਜ਼ਲੂਮ ਸਾਡੇ ਨਾਲ ਹਨ। ਤੁਹਾਡਾ ਜ਼ੁਲਮ ਸਿਰ ਤੇ ਝੱਲਣ ਦੀ ਸਾਡੇ ਵਿੱਚ ਮਾਲਕ ਨੇ ਅਥਾਹ ਸ਼ਕਤੀ ਭਰ ਦਿੱਤੀ ਹੈ। ਅਸੀਂ ਸਭ ਕੁਝ ਜੋ ਝੱਲਿਆ ਹੈ ਅਤੇ ਸਬਰ ਕੀਤਾ ਹੈ। ਤੁਹਾਡਾ ਸਾਡਾ ਅੱਗ ਤੇ ਬਰੂਦ ਵਾਲਾ ਫਰਕ ਹੈ, ਇਹ ਕਦੀ ਵੀ ਮਿਟ ਨਹੀਂ ਸਕਦਾ। ਜੋ ਤੁਹਾਡੇ ਦਿਲ ਵਿੱਚ ਹੈ ਸਾਥੋਂ ਗੁੱਝਾ ਨਹੀਂ। ਸਾਡੀ ਸ਼ਹਾਦਤ ਦੇ ਖਜ਼ਾਨੇ ਤੁਸੀਂ ਦੱਬੀ ਖੜੇ ਹੋ। ਸਾਡੀ ਇਮਾਨਤ ਸਾਡੇ ਹਵਾਲੇ ਕਰੋ ਤਾਂ ਜੋ ਅੱਗੇ ਜਾ ਚੁੱਕੇ ਵੀਰਾਂ ਨਾਲ ਮਿਲ ਸਕੀਏ। ਸਰਕਾਰੀ ਅਫਸਰ ਸਿੱਖਾਂ ਦੀ ਖੋਹ ਨੂੰ ਨਹੀਂ ਸਨ ਸਮਝਦੇ। ਉਹਨਾਂ ਨੂੰ ਸ਼ੱਕ ਸੀ ਕਿ ਮਾਰ ਕੁਟਾਈ ਅਤੇ ਅਸਹਿ ਤਸੀਹਾਂ ਨਾਲ ਇਹਨਾਂ ਦੇ ਹੱਠ ਨੂੰ ਭੰਨ ਲਵਾਂਗੇ। ਸਿੰਘਾਂ ਨੂੰ ਭੁੱਖ ਤਰੇ ਕਾਠ ਵਿੱਚ ਦੇ ਕੇ ਹੱਡ ਪਸਲੀ ਭੰਨ ਅਤੇ ਕਿਹੜਾ ਜ਼ੁਲਮ ਸੀ ਇਹਨਾਂ 3 ਮਹੀਨਿਆਂ ਵਿੱਚ ਜਿਹੜਾ ਇਹਨਾਂ ਕੈਦੀਆਂ ਉੱਤੇ ਨਹੀਂ ਸੀ ਢਾਇਆ ਗਿਆ। ਅਫਸਰਾਂ ਹਾਰ ਕੇ ਬਾਦਸ਼ਾਹ ਨੂੰ ਕਿਹਾ ਕਿ ਇਹਨਾਂ ਤੋਂ ਕੁਝ ਹਾਸਲ ਨਹੀਂ ਹੁੰਦਾ, ਸੋ ਇਹਨਾਂ ਦੇ ਕਤਲ ਦਾ ਆਖਰੀ ਹੁਕਮ ਦੇ ਦਿੱਤਾ। ਇਹਨਾਂ 3 ਮਹੀਨਿਆਂ ਦੀ ਤਫਤੀਸ਼ ਅਤੇ ਮਾਰ ਕੁਟਾਈ ਦੇ ਸਮੇਂ ਜਦ ਸਿੱਖ ਤਸੀਹੇ ਦੇ ਅਤੇ ਭੁੱਖੇ ਮਾਰ ਮਰਨ ਕਿਨਾਰੇ ਕੀਤੇ ਹੋਏ ਸਨ, ਕਿਲੇ ਵਿੱਚ ਹੀ ਬਾਦਸ਼ਾਹ ਨੇ ਕੈਦੀਆਂ ਨੂੰ ਪਾਸ ਬੁਲਾਇਆ। ਬਾਬਾ ਸਰੂਪ ਦਾਸ
ਭੱਲਾ ਨੇ ਇਸ ਮੌਕੇ ਦਾ ਹਾਲ ਮਹਿਮਾ ਪ੍ਰਕਾਸ਼ ਵਿੱਚ ਦਿੱਤਾ ਹੈ। ਉਹ ਲਿਖਦਾ ਹੈ ਕਿ ਇਹਨਾਂ ਪਾਸ ਬੁਲਾਇਆ ਕੈਦੀਆਂ ਨੂੰ ਸੰਬੋਧਨ ਕਰਕੇ ਫਰਕਸ਼ੀਅਰ ਨੇ ਕਿਹਾ, ਮੈਂ ਸੁਣਿਆ ਸੀ ਤੁਹਾਡੇ ਵਿੱਚ ਬਾਜ ਸਿੰਘ ਨਾਂ ਦਾ ਸਿੱਖ ਬੜਾ ਉੱਘਾ ਸੂਰਮਾ ਹੈ, ਨਾਮਵਰ ਬਹਾਦਰ ਹੈ ਅਤੇ ਗੁਰੂ ਜੀ ਦੀ ਉਸ ਉੱਤੇ ਬੜੀ ਕਿਰਪਾ ਹੈ। ਅੱਗੋਂ ਬਾਜ ਸਿੰਘ ਨੇ ਬੜੇ ਠਰਮੇ ਅਤੇ ਗਰਜਵੀਂ ਆਵਾਜ਼ ਵਿੱਚ ਉੱਤਰ ਦਿੱਤਾ, ਮੈਂ ਹਾਂ ਬਾਜ ਸਿੰਘ, ਗੁਰੂ ਮਹਾਰਾਜ ਦਾ ਅਦਨਾ ਸੇਵਕ। ਬਾਦਸ਼ਾਹ ਨੇ ਕਿਹਾ, ਅੱਛਾ, ਤੂੰ ਤਾਂ ਬੜਾ ਡਾਢਾ ਸੂਰਮਾ ਸੁਣਿਆ ਸੈਂ, ਪਰ ਹੁਣ ਤਾਂ ਤੂੰ ਕਾਸੇ ਜੋਗਾ ਨਹੀਂ, ਤੈਥੋਂ ਕੁਝ ਵੀ ਨਹੀਂ ਹੋ ਸਕਦਾ। ਬਾਜ ਸਿੰਘ ਨੇ ਜਵਾਬ ਦਿੱਤਾ, ਜੇ ਤੁਸੀਂ ਮੇਰੀਆਂ ਬੇੜੀਆਂ ਖਲਵਾ ਦਿਓ ਤਾਂ ਮੈਂ ਹੁਣ ਵੀ ਤੁਹਾਨੂੰ ਇੱਥੇ ਹੀ ਕੁਝ ਤਮਾਸ਼ਾ ਵਿਖਾ ਦਿਆਂਗਾ। ਬਾਦਸ਼ਾਹ ਨੂੰ ਉਤਸੁਕਤਾ ਹੋਈ ਕਿ ਭੁੱਖ ਤਰੇ ਅਤੇ ਤਸੀਹਾਂ ਨਾਲ ਪਿੰਜਰ ਕੀਤਾ ਹੋਇਆ ਭਲਾ ਇਹ ਕੀ ਕਰ ਲਵੇਗਾ। ਬੇੜੀਆਂ ਖੋਲ੍ਹ ਦੇ ਹੁਕਮ ਦਿੱਤੇ ਗਏ। ਬੇੜੀਆਂ ਖੁੱਲ੍ਹਣ ਦੀ ਦੇਰ ਸੀ ਕਿ ਬਾਜ ਸਿੰਘ ਨੇ ਬੜੀ ਤੇਜ਼ੀ ਨਾਲ ਬਾਜ ਵਾਂਗ ਝਪਟਾ ਮਾਰਿਆ ਅਤੇ ਲਾਗੇ ਖੜੇ ਸਨੱਧਬੱਧ ਪਹਿਰੇਦਾਰਾਂ ਵਿੱਚੋਂ ਤਿੰਨਾਂ ਨੂੰ ਹੱਥੀਂ ਪਾਈਆਂ ਬੇੜੀਆਂ ਦੇ ਸੰਗਲਾਂ ਨਾਲ ਹੀ ਮਾਰ ਮੁਕਾਇਆ। ਫਿਰ ਇੱਕ ਸ਼ਾਹੀ ਅਮੀਰ ਅਫਸਰ ਵੱਲ ਹੋਇਆ ਅਤੇ ਉਹ ਅੱਗੇ ਲੱਗ ਕੇ ਨੱਸ ਉੱਠਿਆ। ਕੰਮ ਵੱਧਦਾ ਵੇਖ ਕੇ ਬਾਦਸ਼ਾਹੀ ਖਿਦਮਤਗਾਰ ਚੁਫੇਰਿਓਂ ਉਸ ਉੱਤੇ ਟੁੱਟ ਪਏ ਅਤੇ ਉਸ ਨੂੰ ਘਾਇਲ ਕਰਕੇ ਕਾਬੂ ਕਰ ਲਿਆ ਗਿਆ। ਜੇਕਰ ਬਾਜ ਸਿੰਘ ਦੇ ਹੱਥ ਵੀ ਖੁੱਲ੍ਹੇ ਹੁੰਦੇ ਅਤੇ ਤਲਵਾਰ ਜਾਂ ਨੇਜਾ ਉਸ ਪਾਸ ਹੁੰਦਾ ਤਾਂ ਬਾਦਸ਼ਾਹ ਇਸ ਤੋਂ ਵੱਧ ਤਮਾਸ਼ਾ ਵੇਖ ਲੈਂਦਾ। ਤਿੰਨਾਂ ਦੀ ਥਾਂ ਕਈਆਂ ਨੂੰ ਬਹਿਸ਼ਤੀ ਵਾੜ ਦਿੰਦਾ। ਬੰਦਾ ਸਿੰਘ ਨੂੰ ਬੜੇ ਬੜੇ ਲਾਲਚ ਦੇ ਕੇ ਮੁਸਲਮਾਨ ਹੋ ਕੇ ਜਾਨ ਬਚਾ ਲੈਣ ਲਈ ਕਿਹਾ ਗਿਆ, ਜਿਸ ਪੇਸ਼ਕਸ਼ ਨੂੰ ਉਸਦੇ ਸਾਥੀਆਂ ਨੇ ਬੜੀ ਘਿਰਣਾ ਨਾਲ ਠੁਕਰਾ ਦਿੱਤਾ। ਉਸ ਨੂੰ ਬੰਦਾ ਸਿੰਘ ਕਿਵੇਂ ਪ੍ਰਵਾਨ ਕਰ ਸਕਦਾ ਸੀ। ਉਸਨੇ ਬੜੀ ਹਿੰਮਤ ਅਤੇ ਨਿਡਰਤਾ ਅਤੇ ਨਫ਼ਰਤ ਭਰੇ ਲਹਿਜੇ ਵਿੱਚ ਕਿਹਾ ਕਿ ਉਹ ਇਸਲਾਮ ਕਿਸੇ ਵੀ ਕੀਮਤ ਤੇ ਕਬੂਲ ਨਹੀਂ ਕਰ ਸਕਦਾ। ਆਪਣੇ ਸਤਿਗੁਰ ਦਾ ਇਲਾਹੀ ਅਤੇ ਸੱਚਾ ਧਰਮ ਛੱਡ ਕੇ ਤੁਹਾਡਾ ਝੂਠਾ ਛਲ ਕਪਟ ਅਤੇ ਲਾਰੇ ਲੱਪਿਆਂ ਵਾਲਾ ਧਰਮ ਧਾਰਨ ਕਰਨ ਨਾਲੋਂ ਮੈਂ ਆਪਣੇ ਗੁਰੂ ਦੇ ਮਾਰਗ ਤੇ ਚੱਲਦਾ ਹੋਇਆ ਮੁੜ ਮੁੜ ਹਜ਼ਾਰਾਂ ਲੱਖਾਂ ਵਾਰ ਮਰਨ ਨੂੰ ਤਿਆਰ ਹਾਂ। ਤੁਸੀਂ ਮੌਤ ਦਾ ਡਰਾਵਾ ਦੇ ਕਿਸ ਨੂੰ ਰਹੇ ਹੋ। ਇਸ ਤੇ ਬਾਦਸ਼ਾਹ, ਜੋ ਕਾਫੀ ਨਿੱਠ ਹੋ ਕੇ ਖਿਝ ਚੁੱਕਿਆ ਸੀ, ਨੇ ਅੱਗੋਂ ਪੁੱਛਿਆ, ਜੇ ਤੂੰ ਮਰਨਾ ਹੀ ਮਿਥ ਲਿਆ ਹੈ ਤਾਂ ਆਪ ਹੀ ਦੱਸ, ਤੈਨੂੰ ਕਿਹੜੀ ਮੌਤ ਮਾਰੀਏ। ਬੰਦਾ ਸਿੰਘ ਨੇ ਨਿਧੜਕ ਹੋ ਕੇ ਤੜਾਕਦੀ ਕਿਹਾ, ਜਿਸ ਮੌਤੇ ਆਪ ਮਰਨਾ ਹੋਈ। ਇਸ ਤੋਂ ਅੱਗੇ ਬਾਦਸ਼ਾਹ ਨੂੰ ਕੁਝ ਹੋਰ ਕਹਿਣ ਸੁਣਨ ਦੀ ਤਾਬ ਨਾ ਰਹੀ। ਬੰਦਾ ਸਿੰਘ ਅਤੇ ਉਸਦੇ ਸਾਥੀਆਂ ਦੇ ਕਤਲ ਦਾ ਆਖਰੀ ਹੁਕਮ ਸੁਣਾ ਦਿੱਤਾ। ਬੰਦਾ ਸਿੰਘ ਦੀ ਸ਼ਹਾਦਤ 9 ਜੂਨ 1716 ਈਸਵੀ ਵਾਲੇ ਦਿਨ ਬੰਦਾ ਸਿੰਘ ਅਤੇ ਉਸਦੇ ਪੁੱਤਰ ਅਜੇ ਸਿੰਘ ਅਤੇ ਉਸਦੇ ਸਾਥੀ ਸਰਦਾਰ, ਜਿਨ੍ਹਾਂ ਵਿੱਚ ਸਰਦਾਰ ਫਤਿਹ ਸਿੰਘ, ਸਰਦਾਰ ਬਾਜ ਸਿੰਘ, ਸਰਦਾਰ ਰਾਮ ਸਿੰਘ ਮੀਰਪੁਰ, ਆਲੀ ਸਿੰਘ ਸਲੌਦੀਵਾਲਾ, ਗੁਲਾਬ ਸਿੰਘ ਆਦਿ ਨੂੰ ਹੱਥਕੜੀਆਂ ਅਤੇ ਬੇੜੀਆਂ ਵਿੱਚ ਜਗੜ ਕੇ ਕਿਲਿਓਂ ਬਾਹਰ ਕੱਢਿਆ ਗਿਆ। ਸਰਬਰਾਹ ਖਾਨ ਕੋਤਵਾਲ ਅਤੇ ਮੀਰ ਆਤਿਸ਼ ਇਬਰਾਹਿਮਉਦੀਨ ਖਾਨ ਦੀ ਨਿਗਰਾਨੀ ਵਿੱਚ ਇਹਨਾਂ ਨੂੰ ਦਿੱਲੀ ਦੇ ਬਾਜ਼ਾਰਾਂ ਵਿੱਚ ਦੀ ਫੇਰ ਕੇ ਦਿੱਲੀਓਂ ਬਾਹਰ ਮਹਿਰੌਲੀ ਵੱਲ ਲੈ ਜਾਇਆ ਗਿਆ। ਜਿਵੇਂ ਕੈਦ ਕਰਕੇ ਲਿਆਂਦੇ ਸਿੰਘਾਂ ਨੂੰ ਦਿੱਲੀ ਵਿੱਚ ਲਿਆਉਣ ਲੱਗਿਆਂ ਨਾਲ ਸਲੂਕ ਕੀਤਾ, ਅੱਜ ਫਿਰ ਉਸੇ ਤਰੀਕੇ ਨੂੰ ਦੁਹਰਾਇਆ ਗਿਆ। ਹੱਥਕੜੀਆਂ ਅਤੇ ਬੇੜੀਆਂ ਨਾਲ ਜਕੜੇ ਹੋਏ ਬੰਦਾ ਸਿੰਘ ਨੂੰ ਲਾਲ ਰੇਸ਼ਮ ਦੀ ਤਿੱਲੇ ਨਾਲ ਕੱਢੀ ਹੋਈ ਪਗੜੀ ਅਤੇ ਤਿੱਲੇਦਾਰ ਪੋਸ਼ਾਕ ਪੁਆਈ ਹੋਈ ਸੀ। ਉਸੇ ਤਰ੍ਹਾਂ ਉਸ ਨੂੰ ਹਾਥੀ ਉੱਤੇ ਚੜ੍ਹਾਇਆ ਹੋਇਆ ਸੀ। ਪਹਿਲਾਂ ਕੋਤਵਾਲੀ ਵੱਲ ਲਿਆਂਦੇ ਗਏ ਅਤੇ ਫਿਰ ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਵੱਲ ਲੈ ਤੁਰੇ। ਅੱਗੇ ਅੱਗੇ ਢੋਲ ਵੱਜਦਾ ਜਾਂਦਾ ਅਤੇ ਨਾਲ ਡੌਂਡੀ ਪਿੱਟਦੀ ਜਾਂਦੀ ਸੀ। ਮਹਿਰੌਲੀ ਤੱਕ ਜਾਂਦਿਆਂ ਤਮਾਸ਼ਾਈਆਂ ਦੀ ਭੀੜ ਕਈ ਹਜ਼ਾਰਾਂ ਤੱਕ ਅੱਪੜ ਗਈ। ਬੰਦਾ ਸਿੰਘ ਦੇ ਪਿੱਛੇ ਪਿੱਛੇ ਉਸਦੇ 26 ਸਾਥੀ ਉਸ ਵਾਂਗ ਅਡੋਲ ਅਤੇ ਸ਼ਾਂਤ ਚਿੱਤ ਜਾ ਰਹੇ ਸਨ। ਇਹ ਜਲੂਸ ਪੁਰਾਣੇ ਸ਼ਹਿਰ ਦੀਆਂ ਗਲੀਆਂ ਗਾਉਂਦਾ ਹੋਇਆ ਕੁਤਬ ਮੀਨਾਰ ਦੇ ਲਾਗੇ ਖਵਾਜਾ ਬਖਤਿਆਰ ਕਾਕੀ ਦੇ ਰੋਜ਼ੇ ਲਾਗੇ ਆਣ ਅੱਪੜਿਆ। ਇੱਥੇ ਉਹਨਾਂ ਨੂੰ ਬਾਦਸ਼ਾਹ ਬਹਾਦਰ ਸ਼ਾਹ ਦੀ ਕਬਰ ਦੀ ਪਰਿਕਰਮਾ ਕਰਾਈ ਗਈ। ਆਪਣੇ ਵੱਲੋਂ ਹਾਕਮਾਂ ਨੇ ਬਾਦਸ਼ਾਹ ਦੀ ਰੂਹ ਨੂੰ ਠੰਡਕ ਪਹੁੰਚਾਈ, ਕਿਉਂਕਿ ਉਹ ਜਿਉਂਦਾ ਹੋਇਆ ਤਾਂ ਬੰਦਾ ਸਿੰਘ ਦਾ ਕੁਝ ਵਿਗਾੜ ਨਹੀਂ ਸੀ ਸਕਿਆ।
ਹੁਣ ਹਾਥੀ ਤੋਂ ਉਤਾਰ ਕੇ ਬੰਦਾ ਸਿੰਘ ਨੂੰ ਭੁੰਜੇ ਬਿਠਾ ਲਿਆ ਗਿਆ। ਇੱਕ ਵਾਰ ਫਿਰ ਇਸਲਾਮ ਦੀ ਪੇਸ਼ਕਸ਼ ਕੀਤੀ ਗਈ ਕਿ ਇੰਜ ਕਰਨ ਨਾਲ ਜਾਨ ਬਖਸ਼ੀ ਹੋ ਸਕਦੀ ਹੈ। ਬੰਦਾ ਸਿੰਘ ਅਤੇ ਸਾਰਿਆਂ ਸਿੰਘਾਂ ਅੱਗੋਂ ਪੂਰੀ ਤਰ੍ਹਾਂ ਧਿਤਕਾਰ ਦਿੱਤਾ ਅਤੇ ਅਫਸਰਾਂ ਨੂੰ ਕਿਹਾ ਕਿ ਜਲਾਦਾਂ ਨੂੰ ਹੁਕਮ ਦੇ ਕੇ ਤੁਸੀਂ ਆਪਣੇ ਸੀਨੇ ਠਾਰੋ, ਅਸੀਂ ਆਪਣੇ ਸਤਿਗੁਰ ਤੋਂ ਕੁਰਬਾਨ ਜਾਂਦੇ ਹਾਂ। ਤਰੀਖ ਏ ਮੁਜ਼ਫਰੀ ਦੀ ਲਿਖਤ ਅਨੁਸਾਰ ਗੁਰੂ ਗੋਬਿੰਦ ਸਿੰਘ ਵੱਲੋਂ ਚੁਣੇ ਹੋਏ ਸਿੱਖ ਆਗੂ ਨੇ ਚੰਦ ਦਿਨਾਂ ਦੀ ਨਿਗੂਣੀ ਜ਼ਿੰਦਗੀ ਲਈ ਆਪਣਾ ਧਰਮ ਤਿਆਗਣ ਦੀ ਥਾਂ ਇੱਕ ਸੱਚੇ ਅਤੇ ਸਿੱਦਕੀ ਸਿੱਖ ਵਾਂਗ ਆਪਣੇ ਜੀਵਨ ਦਾ ਬਲੀਦਾਨ ਦੇਣਾ ਪ੍ਰਵਾਨ ਕਰ ਲਿਆ। ਬੰਦਾ ਸਿੰਘ ਦੇ 4 ਕੁ ਸਾਲਾਂ ਦੇ ਪੁੱਤਰ ਅਜੇ ਸਿੰਘ, ਜੋ ਤਰੀਖ ਏ ਮੁਹੰਮਦ ਸ਼ਾਹੀ ਦੇ ਸ਼ਬਦਾਂ ਮੂਜਬ ਬਹੁਤ ਹੀ ਸੋਹਣਾ ਅਤੇ ਪਰਲੇ ਦਰਜੇ ਦਾ ਸ਼ਕੀਲ ਸੀ, ਨੂੰ ਉਸਦੀ ਗੋਦੀ ਵਿੱਚ ਬਿਠਾਇਆ ਅਤੇ ਖੰਜਰ ਦੇ ਕੇ ਕਿਹਾ ਕਿ ਆਪਣੇ ਹੱਥੀਂ ਉਸ ਨੂੰ ਮਾਰੇ। ਉਸਨੇ ਕਿਹਾ ਕਿ ਮੈਂ ਤਾਂ ਅੱਜ ਤੱਕ ਕਿਸੇ ਦੁਸ਼ਮਣ ਦੇ ਬੱਚੇ ਨੂੰ ਵੀ ਨਹੀਂ ਮਾਰਿਆ, ਇਸ ਨੂੰ ਕਿਉਂ ਅਤੇ ਕਿਵੇਂ ਮਾਰ ਸਕਦਾ ਹਾਂ। ਫਿਰ ਜਲਾਦ ਨੇ ਉਸ ਅਤੀ ਸੁੰਦਰ ਅਤੇ ਮਾਸੂਮ ਬੱਚੇ ਨੂੰ ਛੁਰੇ ਨਾਲ ਟੁਕੜੇ ਟੁਕੜੇ ਕਰ ਦਿੱਤਾ। ਉਸ ਦਾ ਕਲੇਜਾ ਕੱਢ ਕੇ ਉਸ ਦੇ ਟੋਟੇ ਕੀਤੇ ਗਏ। ਉਸ ਦੇ ਮਾਸ ਦੇ ਲੋਥੜੇ ਬੰਦੇ ਦੇ ਮੂੰਹ ਤੇ ਮਾਰੇ ਅਤੇ ਟੋਟੇ ਕੀਤਾ ਕਲੇਜਾ ਉਸ ਦੇ ਮੂੰਹ ਵਿੱਚ ਛੁਰੀਆਂ ਨਾਲ ਤੁੰਨ ਦਿੱਤਾ ਗਿਆ। ਬੱਚੇ ਦੀਆਂ ਆਂਦਰਾਂ ਚੁੱਕ ਕੇ ਬੰਦਾ ਸਿੰਘ ਦੇ ਗਲ ਦੁਆਲੇ ਵਲੇਟੀਆਂ ਗਈਆਂ। ਇਸ ਤੋਂ ਪਿੱਛੋਂ ਉਸ ਦੀ ਸੱਜੀ ਅੱਖ ਕੱਢੀ, ਫਿਰ ਖੱਬੀ, ਸੱਜਾ ਪੈਰ, ਫਿਰ ਖੱਬਾ ਵੱਢੇ ਅਤੇ ਫਿਰ ਇੰਜ ਹੀ ਦੋਵੇਂ ਹੱਥ ਵੱਢੇ ਗਏ। ਦਰਿੰਦਿਆਂ ਨਾਲੋਂ ਬਦਤਰ ਜਲਾਦਾਂ ਨੇ ਲਾਲ ਭਖਦੇ ਜਮੂਰਾਂ ਨਾਲ ਬੰਦਾ ਸਿੰਘ ਦੇ ਡੌਲਿਆਂ, ਪਿੰਨੀਆਂ, ਪੱਟਾਂ ਅਤੇ ਪਿੰਡੇ ਤੋਂ ਮਾਸ ਨੋਚਿਆ ਅਤੇ ਬੋਟੀਆਂ ਕੱਢ ਕੇ ਭੁੰਜੇ ਸੁੱਟੇ ਗਏ। ਪਰ ਆਫਰੀਨ ਇਸ ਸਿੱਖ ਦੇ ਚੁੱਪਚਾਪ ਅਤੇ ਅਡੋਲ ਬੈਠਾ ਰਿਹਾ। ਬਹੁਤੀ ਹਾਲ ਪਾਰਿਆਂ ਜਾਂ ਸੀ ਤੱਕ ਨਾ ਉਚਾਰੀ। ਜਲਾਦ, ਅਫਸਰ ਅਤੇ ਵੇਖਣ ਵਾਲੇ ਤਮਾਸ਼ਾਈ ਸਭ ਹੱਕੇ ਬੱਕੇ ਰਹਿ ਗਏ। ਅੱਖਾਂ ਟੱਡੀਆਂ ਹੀ ਰਹਿ ਗਈਆਂ। ਜਲਾਦਾਂ ਨੇ ਤਸੀਹੇ ਦੇਣ ਵਿੱਚ ਆਪਣਾ ਸਾਰਾ ਟਿੱਲ ਲਾ ਲਿਆ, ਪਰ ਉਹ ਬੰਦਾ ਸਿੰਘ ਦੇ ਮੂੰਹੋਂ ਸੀ ਨਾ ਕਢਾ ਸਕੇ। ਜਲਾਦ ਉਸ ਦੇ ਹੱਥ ਅੱਗੇ ਹਾਰ ਗਏ। ਅੰਤ ਨੂੰ ਉਸ ਦਾ ਸਿਰ ਵੱਢ ਦਿੱਤਾ ਗਿਆ ਅਤੇ ਬਾਕੀ ਸਰੀਰ ਦੇ ਬੰਦ ਕੱਟ ਦਿੱਤੇ। ਧਰਤੀ ਖੂਨ ਅਤੇ ਸ਼ਹੀਦ ਦੇ ਮਾਸ ਦੀਆਂ ਬੋਟੀਆਂ ਨਾਲ ਵਿਛੀ ਫੁਲਕਾਰੀ ਵਰਗੀ ਹੋ ਗਈ। ਮਾਊਂਟ ਸਟੂਅਰਟ ਐਲਫਿਨਸਨ ਦੇ ਜ਼ਿਕਰ ਅਨੁਸਾਰ ਉਸ ਨੇ ਬੜੇ ਅਥਾਹ ਧੀਰਜ ਅਤੇ ਨਿਸ਼ਚੇ ਨਾਲ ਸਮੇਂ ਦੇ ਅਨਿਆਏ ਅਤੇ ਅਤਿਆਚਾਰਾਂ ਨੂੰ ਖਤਮ ਕਰਨ ਲਈ ਵਾਹਿਗੁਰੂ ਵੱਲੋਂ ਇੱਕ ਸਾਧਨ ਹੋਣ ਵਿੱਚ ਖੁਸ਼ੀ ਜਾਨ ਕੁਰਬਾਨ ਕੀਤੀ। ਬਾਕੀ ਸਿੰਘਾਂ ਨੂੰ ਵੀ ਇੰਜ ਹੀ ਤਸੀਹੇ ਦੇ ਕੇ ਕੀਮਾ ਕਰ ਦਿੱਤਾ ਗਿਆ। ਇਹ ਅਤਿਆਚਾਰ ਮੁਗਲ ਰਾਜ ਦੀ ਭਰ ਕੇ ਬੇੜੀ ਡੋਬਣ ਲਈ ਵਜਨੀ ਪੱਥਰ ਸਿੱਧ ਹੋਇਆ। ਸਿੰਘ ਪਰਖ ਦੀ ਕਸਵੱਟੀ ਚੋਂ ਮੁੜ ਉਭਰੇ। ਬੰਦਾ ਸਿੰਘ ਨੂੰ ਬੜੀ ਬੇਰਹਿਮੀ ਅਤੇ ਬੇਦਰਦੀ ਨਾਲ ਪੁਰਜਾ ਕਰ ਦਿੱਤਾ ਗਿਆ। ਉਸ ਦਾ ਸੀਰ ਖੋਰ ਬੱਚਾ ਤਾਂ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਕੋਇਆ। 740 ਸਾਥੀ ਪਹਿਲਾਂ ਹੀ ਮਾਰ ਮੁਕਾਏ। ਫਰਕਸ਼ੀਅਰ ਨੇ ਸਮਝਿਆ ਕਿ ਸਿੱਖਾਂ ਦੀ ਜਹਾਨ ਵਿੱਚੋਂ ਜੜ ਪੁੱਟ ਦਿੱਤੀ ਗਈ ਹੈ। ਹੁਣ ਕਿਸੇ ਪਾਸਿਓਂ ਕੋਈ ਖਤਰਾ ਨਹੀਂ। ਮਨਮਰਜ਼ੀ ਦਾ ਦਸਤੂਰ ਚੱਲੇਗਾ ਅਤੇ ਸੁੱਖ ਚੈਨ ਦੀ ਨੀਂਦ ਖੁਦਾਵੰਦ ਪਾਕ ਨੇ ਬਖਸ਼ਿਸ਼ ਕੀਤੀ ਹੈ। ਪਰ ਅੱਲਾ ਪਾਕ ਕਿਸੇ ਬਾਦਸ਼ਾਹ ਜਾਂ ਨੰਗ ਦੀ ਮਰਜ਼ੀ ਤੇ ਖਾਹਿਸ਼ ਦਾ ਪਾਬੰਦ ਨਹੀਂ। ਉਸ ਦੇ ਕਾਰ ਵਿਹਾਰ ਵਿੱਚ ਕਿਸੇ ਦੀ ਸਲਾਹ ਨਹੀਂ ਪੁੱਛੀ ਜਾਂਦੀ। ਉਸ ਦੇ ਭੇਤਾਂ ਨੂੰ ਇਨਸਾਨ ਦੀ ਤੁੱਛਬੱਦੀ ਸਮਝਣੋਂ ਅਸਮਰੱਥ ਹੈ। ਇਨਸਾਨ ਕੁਝ ਚਾਹਵੇ ਜਾਂ ਨਾ ਚਾਹਵੇ, ਹੁੰਦਾ ਉਹ ਹੈ ਜੋ ਰੱਬ ਚਾਹਵੇ। ਖਾਲਸਾ ਫਰਕਸ਼ੀਅਰ ਦੇ ਮਾਰਿਆਂ ਮਰਨ ਵਾਲਾ ਨਹੀਂ। ਹਰ ਕੌਮ ਨੂੰ ਆਪਣੇ ਪੁਰਖਿਆਂ ਦੀਆਂ ਘਾਲਾਂ, ਮਾਰਕਿਆਂ ਅਤੇ ਕੁਰਬਾਨੀ ਤੇ ਮਾਣ ਹੁੰਦਾ। ਆਉਣ ਵਾਲੀਆਂ ਪੀੜ੍ਹੀਆਂ ਦੇ ਖੂਨ ਨੂੰ ਪਹਿਲਿਆਂ ਦੀ ਉੱਚੀ ਕਾਰਕਰਦਗੀ ਹੀ ਜਿਉਣ ਜੋਗਾ ਕਰਦੀ ਹੈ ਅਤੇ ਉਹਨਾਂ ਨੂੰ ਉਸੇ ਰਾਹ ਤੇ ਚੱਲਣ ਲਈ ਸਾਹਸ, ਹੱਠ ਅਤੇ ਧੀਰਜ ਦਿਵਾਉਂਦੀ ਹੈ। 20ਵੀਂ ਸਦੀ ਦੇ ਇੱਕ ਉੱਘੇ ਮੁਸਲਮਾਨ ਸ਼ਾਇਰ ਨੇ ਸੰਨ 61 ਹਿਜਰੀ ਦੀ ਕਰਬਲਾ ਵਾਲੀ ਘਟਨਾ ਵੱਲ ਵੇਖਦਿਆਂ ਹੀ ਉਸ ਕੁਰਬਾਨੀ ਤੋਂ ਨਿਕਲਣ ਵਾਲੇ ਸਿੱਟਿਆਂ ਨੂੰ ਇੰਜ ਅੰਕਿਤ ਕੀਤਾ ਹੈ। ਇਸਲਾਮ ਜਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ। ਭਾਵ ਇਹੋ ਜਿਹੀਆਂ ਕੁਰਬਾਨੀਆਂ ਕੌਮਾਂ ਵਿੱਚ ਨਵੀਂ ਰੂਹ ਫੂਕ ਦਿੰਦੀਆਂ ਹਨ। ਸੀਮਤ ਬੁੱਧੀ ਵਾਲੇ ਫਰਕਸ਼ੀਅਰ ਨੂੰ ਇਹ ਨਹੀਂ ਸੀ ਪਤਾ ਕਿ ਕਰਬਲਾ ਵਿੱਚ ਛੋਟੇ ਵੱਡੇ 72 ਜੀ
जो हजरत हुसैन दे खानदानी सन। इन्हां विचों सारे शहीद नहीं सन होए पर इस्लाम नूं जिंदा कर गए। तां फिर बंदा सिंह नाल जो 740 सिंह दिल्ली विच कतल कीते गए सन, 3,000 बेगुनाह फड़ के उन्हां दे सिर वढ के नेज़िਆਂ उत्ते टंग के दिल्ली लिआंदे सन। इन्हां दा खून भी अपना रंग लिआवेगा। उतली पंक्ति दे बराबर ਇਹ भी चट्टान वर्गा तत्थ है। खालसा दूना वसदा अते बिफरदा है। हर कतलाम दे बाद हर कतलाम खालसे नूं पुठ देंदी रही है। हर कतलाम तो बाद निराले ही सिट्टे निकले। इतिहास गवाह है। बंदा सिंह अते उसदे साथी जो सिख लहर दी संगठित अते राजसी शक्ति दे प्रतीक सन, उन्हां नूं खत्म करवा के बादशाह दे ढिड्डों सिखां दा डर नहीं निकलिया। उन्हां दा अंदर मनदा है कि सिख मरे नहीं, ਇਹ फिर उठणगे। सिखां दी पूरी पूरी अलख मकाउण दे ਉਹ ਬੰਨ ਨੂੰ ਬਣਦਾ है। ਫਰਖਸ਼ੀਅਰ ਵੱਲੋਂ ਸਿੱਖਾਂ ਦੇ ਕਤਲੇ ਆਮ ਦਾ ਹੁਕਮ ਜਾਰੀ। ਬਾਦਸ਼ਾਹ ਬਹਾਦਰ ਸ਼ਾਹ ਆਪਣੇ ਛੋਟੇ ਭਰਾ ਮੁਹੰਮਦ ਕਾਮ ਬਖਤ ਦੀ ਗੁਜਰਾਤ ਵਿਖੇ ਬਗਾਵਤ ਕੁਚਲ ਕੇ ਅਜੇ ਵਿਹਲਾ ਹੀ ਹੋਇਆ ਸੀ ਕਿ ਰਾਜਪੂਤਾਨੇ ਵਿੱਚ ਰਾਜਪੂਤਾਂ ਨੇ ਖੋਰਸ਼ ਖੜੀ ਕਰ ਦਿੱਤੀ। ਉਹਨਾਂ ਦੀ ਸੁਧਾਈ ਲਈ ਬਾਦਸ਼ਾਹ ਨੇ ਕੂਚ ਕੀਤਾ ਅਤੇ ਅਜਮੇਰ ਲਾਗੇ ਆਣ ਪੁੱਜਾ। ਇਹ ਰਾਜਾ ਜੈ ਸਿੰਘ ਕਸ਼ਵਾਈਆ ਅਤੇ ਜਸਵੰਤ ਸਿੰਘ ਦੇ ਪੁੱਤਰ ਰਾਜਾ ਅਜੀਤ ਸਿੰਘ ਰਠੌੜ ਨੂੰ ਸਜ਼ਾ ਦੇਣ ਆਇਆ ਸੀ। ਇਹ ਦੋਵੇਂ ਆਪਣੀਆਂ ਫੌਜਾਂ ਲੈ ਕੇ ਮੁਹੰਮਦ ਕਾਮ ਬਖਸ਼ ਵਿਰੁੱਧ ਮੁਹਿੰਮ ਵਿੱਚ ਬਾਦਸ਼ਾਹ ਦੀ ਸਹਾਇਤਾ ਲਈ ਦੱਖਣ ਵੱਲ ਗੁਜਰਾਤ ਨੂੰ ਗਏ ਸਨ। ਬਾਦਸ਼ਾਹ ਦਾ ਕੰਪੂ ਮੰਡੇਸ਼ਵਰ ਸੀ ਕਿ ਜਦ ਇਹ ਦੋਵੇਂ ਰਾਜੇ 30 ਅਪ੍ਰੈਲ 1708 ਈਸਵੀ ਨੂੰ ਰਾਤ ਦੇ ਹਨੇਰੇ ਦਾ ਆਸਰਾ ਲੈ ਕੇ ਕੰਪੂ ਵਿੱਚੋਂ ਖਿਸਕ ਗਏ ਅਤੇ ਰਾਜਾ ਅਮਰ ਸਿੰਘ ਉਦੇਲਪੁਰੀਏ ਨਾਲ ਸਮਝੌਤਾ ਕਰ ਲਿਆ ਸੀ ਕਿ ਹੁਣ ਸਮਾਂ ਹੈ ਜ਼ੋਰ ਮਾਰ ਕੇ ਰਾਜਪੂਤਾਨੇ ਵਿੱਚੋਂ ਮੁਗਲ ਤਾਕਤ ਦੀ ਸਫਾ ਵਲੇਟ ਦਿੱਤੀ ਜਾਵੇ। ਅਜਮੇਰੋਂ 30 ਕੋਹ ਪਿੱਛੇ ਨਦੀ ਬਾਂਸ ਦੇ ਕੰਢੇ ਡੰਡਵਾ ਸਰਾਏ ਵਿਖੇ ਬਾਦਸ਼ਾਹ ਦਾ ਲਸ਼ਕਰ ਆਣ ਉਤਰਿਆ। ਬਾਦਸ਼ਾਹ ਅਤੇ ਰਾਜਿਆਂ ਵਿੱਚ ਵਕਤੀ ਤੌਰ ਤੇ ਸੁਲਾਹ ਹੋ ਗਈ। ਇੱਥੋਂ ਰਵਾਨਾ ਹੋ ਕੇ 26 ਮਈ ਨੂੰ ਸ਼ਾਹੀ ਫੌਜ ਨੇ ਟੋਡਾ ਵਿਖੇ ਉਤਾਰਾ ਕੀਤਾ। ਇਸ ਜਗ੍ਹਾ ਪੰਜਾਬ ਬਾਰੇ ਸ਼ਾਹੀ ਅਖਬਾਰ ਨਵੀਸਾਂ ਵੱਲੋਂ ਭੇਜੀਆਂ ਖਬਰਾਂ ਪਾਤਸ਼ਾਹ ਨੂੰ ਮਿਲੀਆਂ ਕਿ ਬੰਦਾ ਸਿੰਘ ਦੀ ਅਗਵਾਈ ਥੱਲੇ ਸਿੱਖਾਂ ਨੇ ਪੰਜਾਬ ਵਿੱਚ ਮੁਗਲ ਪ੍ਰਸ਼ਾਸਨ ਦੇ ਵਿਰੁੱਧ ਬਗਾਵਤ ਕਰ ਦਿੱਤੀ ਹੈ। 30 ਅਪ੍ਰੈਲ 1710 ਨੂੰ ਇੱਥੇ ਹੀ ਖਬਰ ਪਹੁੰਚੀ ਕਿ ਮੁਗਲ ਪ੍ਰਸ਼ਾਸਨ ਪੰਜਾਬ ਵਿੱਚੋਂ ਉਠਾ ਦਿੱਤਾ ਗਿਆ ਹੈ। ਬਾਦਸ਼ਾਹ ਅਜਮੇਰ ਪੁੱਜਾ ਹੀ ਸੀ ਕਿ ਜਦ ਦਿੱਲੀੋਂ ਵਿਸ਼ੇਸ਼ ਬੇਨਤੀਆਂ ਆਈਆਂ ਕਿ ਹਜ਼ੂਰ ਪੰਜਾਬ ਦੇ ਹਾਲਤ ਵੱਲ ਫੌਰੀ ਧਿਆਨ ਦੇਣ। 22 ਜੂਨ 1710 ਈਸਵੀ ਨੂੰ ਸਰਹੰਦ ਥਾਣੇਸਰ ਦੀ ਮੁਸਲਮਾਨ ਵਸੋਂ ਸਮਾਣੇ ਦੇ ਪੀਰਜ਼ਾਦੇ ਅਤੇ ਸੰਢੋਰੇ ਦੇ ਸ਼ੇਖ ਅਤੇ ਪਠਾਨ ਹਜ਼ਾਰਾਂ ਦੀ ਗਿਣਤੀ ਵਿੱਚ ਅਜਮੇਰ ਪਹੁੰਚੇ। ਬਾਦਸ਼ਾਹ ਦੇ ਪੇਸ਼ ਹੋ ਕੇ ਹਾਲ ਦੁਹਾਈ ਮਚਾਈ। ਹੋਈਆਂ ਅਣਹੋਈਆਂ ਵਧਾ ਚੜ੍ਹਾ ਕੇ ਬਾਦਸ਼ਾਹ ਨੂੰ ਸੁਣਾਈਆਂ ਅਤੇ ਸਿੱਖ ਕਾਫਰਾਂ ਦੇ ਸਮੁੱਚੇ ਖਾਤਮੇ ਲਈ ਹਾੜੇ ਕੱਢੇ। ਇਹਨਾਂ ਦੇ ਵਿਰੜਿਆਂ ਤੇ ਉਸ ਦਾ ਦਿਲ ਪਸੀਜ ਗਿਆ। ਇਹਨਾਂ ਨੂੰ ਦਿਲਾਸਾ ਦੇ ਕੇ ਵਾਪਸ ਕੀਤਾ। ਬਾਦਸ਼ਾਹ ਨੇ ਸਾਰੇ ਉੱਤਰੀ ਹਿੰਦ ਦੇ ਸੂਬੇਦਾਰਾਂ ਦੇ ਫੌਜਦਾਰਾਂ ਨੂੰ ਫੌਰੀ ਤੌਰ ਤੇ ਫਰਮਾਨ ਭੇਜੇ ਕਿ ਆਪਣੀ ਫੌਜ ਇਕੱਠੀ ਕਰਕੇ ਦਿੱਲੀ ਲਾਗੇ ਪਿੰਡ ਪਰਾਗਪੁਰ ਇਕੱਠੇ ਹੋਵੋ। ਬਾਦਸ਼ਾਹ ਆਪ 27 ਜੂਨ 1710 ਨੂੰ ਅਜਮੇਰੋਂ ਆਪਣਾ ਸਾਰਾ ਲਸ਼ਕਰ ਲੈ ਕੇ ਦਿੱਲੀ ਵੱਲ ਵਧਿਆ। ਦਿੱਲੀ ਲਾਗੇ ਸਾਰੀਆਂ ਫੌਜਾਂ ਜੋ ਲੱਖ ਤੋਂ ਵੀ ਉੱਪਰ ਸਨ ਇਕੱਠੀਆਂ ਹੋ ਗਈਆਂ। ਇੱਥੋਂ ਸਢੋਰੇ ਪਹੁੰਚੇ। ਇੱਥੇ ਪੱਕਾ ਡੇਰਾ ਲਾ ਕੇ ਮੁਖਲਿਸਗੜ੍ਹ ਨੂੰ ਘੇਰ ਲਿਆ ਤਾਂ ਕਿ ਬੰਦਾ ਸਿੰਘ ਨੂੰ ਸਾਥੀਆਂ ਸਮੇਤ ਜਿੰਦਾ ਹੀ ਫੜਿਆ ਜਾਵੇ। ਇਸ ਮੁਹਿੰਮ ਵਿੱਚ ਬਾਦਸ਼ਾਹ ਦੇ ਚਾਰੇ ਪੁੱਤ ਨਾਲ ਸਨ ਅਤੇ ਸਮੁੱਚੀ ਨਿਗਰਾਨੀ ਬਾਦਸ਼ਾਹ ਦੇ ਹੱਥ ਸੀ। ਬੜਾ ਮਜ਼ਬੂਤ ਘੇਰਾ ਘੱਤਿਆ ਗਿਆ ਅਤੇ ਕਹਿਰ ਦੀ ਲੜਾਈ ਹੋਈ। 10 ਅਤੇ 11 ਦਸੰਬਰ ਦੀ ਵਿਚਕਾਰਲੀ ਰਾਤ ਬੰਦਾ ਸਿੰਘ ਸਿਵਾਏ ਗੁਲਾਬ ਸਿੰਘ ਅਤੇ ਉਸ ਦੇ ਨਾਲ ਥੋੜ੍ਹੇ ਜਿਹੇ ਆਦਮੀਆਂ ਦੇ ਆਪਣੇ ਸਾਥੀਆਂ ਨੂੰ ਲੈ ਕੇ ਨਿਕਲ ਗਿਆ। ਬਾਦਸ਼ਾਹ ਜਰਨੈਲ ਅਤੇ ਫੌਜਾਂ ਹੱਥ ਮਲਦੇ ਰਹਿ ਗਏ। ਸੋ ਇਸ ਮੁਹਿੰਮ ਦੀ ਅਸਫਲਤਾ ਵਜੋਂ ਹੋਈ ਮਾਯੂਸੀ ਅਤੇ ਨਮੋਸ਼ੀ ਨੇ ਬਾਦਸ਼ਾਹ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ। ਬੰਦਾ ਸਿੰਘ ਅਤੇ ਸਿੱਖਾਂ ਵਿਰੁੱਧ ਕਾਰਵਾਈ ਉਸੇ ਤੁੰਦੀ ਅਤੇ ਤਨਦੇਹੀ ਨਾਲ ਜਾਰੀ ਰੱਖਣ ਦੇ ਹੁਕਮ ਦੇ ਕੇ ਲਾਹੌਰ ਵੱਲ ਚੱਲ ਪਿਆ। 11 ਅਗਸਤ 1711 ਈਸਵੀ ਨੂੰ ਲਾਹੌਰ ਆਣ ਪੁੱਜਾ।
ਇੱਥੋਂ ਹੀ ਇਹ 27-28 ਫਰਵਰੀ 1712 ਦੀ ਰਾਤ ਨੂੰ ਮਰ ਗਿਆ। ਸਭ ਤੋਂ ਪਹਿਲਾਂ 10 ਦਸੰਬਰ 1710 ਨੂੰ ਇਸ ਬਹਾਦਰ ਸ਼ਾਹ ਨੇ ਔਰੰਗਜ਼ੇਬ ਦੀ ਮੌਤ ਪਿੱਛੋਂ ਤਖਤ ਹਾਸਿਲ ਕਰਨ ਲਈ, ਜਿਸ ਨੇ ਲੜਾਈ ਵੇਲੇ ਸਿੱਖਾਂ ਦੀ ਭਰਪੂਰ ਸਹਾਇਤਾ ਲਈ ਸੀ, ਉਹਨਾਂ ਸਿੱਖਾਂ ਦੇ ਕਤਲੇ-ਆਮ ਦਾ ਫਰਮਾਨ ਜਾਰੀ ਕੀਤਾ। ਚੌਧਰੀਆਂ, ਲੰਬੜਦਾਰਾਂ, ਆਮਲਾਂ, ਮੁਖਬਰਾਂ ਵੱਧ ਚੜ੍ਹ ਕੇ ਪੁਲਿਸ ਅਤੇ ਫੌਜ ਦੀ ਸਹਾਇਤਾ ਕੀਤੀ ਅਤੇ ਸਿੱਖ ਕਤਲ ਹੁੰਦੇ ਰਹੇ। ਪਰ ਬੰਦਾ ਸਿੰਘ ਦਾ ਜਦ ਫਿਰ ਬਲ ਪੈ ਗਿਆ ਤਾਂ ਇਸ ਕਤਲਾਮ ਨੂੰ ਕੁਝ ਸਮੇਂ ਲਈ ਠੱਲ ਪੈ ਗਈ। ਸਿੱਖਾਂ ਨੇ ਉੱਪਰ ਦੱਸੇ ਸਰਕਾਰੀ ਸਹਾਇਕ ਕਰਮਚਾਰੀਆਂ ਅਤੇ ਅਧਿਕਾਰੀਆਂ ਪਾਸੋਂ ਗਿਣ-ਗਿਣ ਕੇ ਬਦਲੇ ਲਏ। ਬੰਦਾ ਸਿੰਘ ਅਤੇ ਉਸਦੇ ਸਾਥੀਆਂ ਦੇ ਕਤਲ ਕੀਤੇ ਜਾਣ ਪਿੱਛੋਂ ਜੂਨ 1716 ਈਸਵੀ ਵਿੱਚ ਇੱਕ ਆਮ ਅਤੇ ਖੁੱਲ੍ਹਾ ਫਰਮਾਨ ਜਾਰੀ ਕਰ ਦਿੱਤਾ ਗਿਆ, ਜੋ ਮੁਗਲ ਸਰਕਾਰ ਦੇ ਹਰ ਹਿੱਸੇ ਵਿੱਚ ਲਾਗੂ ਕੀਤਾ ਗਿਆ ਕਿ ਜਿੱਥੇ ਵੀ ਕੋਈ ਸਿੱਖ ਨਜ਼ਰ ਆਵੇ, ਫੜ ਲਿਆ ਜਾਵੇ। ਉਸ ਲਈ ਇੱਕ ਰਸਤਾ ਛੱਡ ਦਿਓ, ਇਸਲਾਮ ਜਾਂ ਮੌਤ। ਦੀਨ ਨਾ ਕਬੂਲੇ ਤਾਂ ਫੌਰਨ ਥਾਂ 'ਤੇ ਕਤਲ ਕਰ ਦਿੱਤਾ ਜਾਵੇ, ਜਰਾ ਵੀ ਢਿੱਲ ਨਾ ਕੀਤੀ ਜਾਵੇ। ਇਸ ਚੰਗੇ ਅਤੇ ਸਵਾਬ ਵਾਲੇ ਕੰਮ ਲਈ ਵੱਡੇ ਵੱਡੇ ਇਨਾਮਾਂ ਦੀ ਸੂਚੀ ਦਾ ਸਾਰੇ ਰਾਜ ਵਿੱਚ ਢਿੰਡੋਰਾ ਪਿਟਵਾਇਆ ਗਿਆ। ਸਿੱਖ ਦੇ ਸਿਰ ਦਾ 25 ਰੁਪਏ ਜਿਉਂਦਾ ਫੜ ਕੇ ਪੇਸ਼ ਕਰੇ ਤਾਂ 100 ਰੁਪਏ ਇਨਾਮ ਸਰਕਾਰੀ ਖਜ਼ਾਨੇ ਵਿੱਚੋਂ ਮਿਲੇਗਾ। ਸਿੱਖ ਦਾ ਮਾਲ ਸਵਾਬ ਜਾਂ ਉਸ ਪਾਸੋਂ ਜੋ ਵੀ ਮਿਲੇ ਉਹ ਮਾਰਨ ਵਾਲੇ ਦਾ। ਉਹਨਾਂ ਦੀਆਂ ਖੂਬਸੂਰਤ ਲੜਕੀਆਂ ਨੂੰ ਕਨੀਜ਼ਾਂ ਅਤੇ ਔਰਤਾਂ ਨੂੰ ਦਾਸੀਆਂ ਬਣਾ ਲਿਆ ਜਾਵੇ। ਜੇ ਕੋਈ ਮੁਸਲਮਾਨ ਮਰੇ ਤਾਂ ਉਸ ਦੀ ਕਬਰ ਸਿੱਖਾਂ ਦੇ ਹਮਦਰਦ ਹਿੰਦੂ ਪੁੱਟਣ। ਬੇਗਾਰ ਲਈ ਚਮਿਆਰ ਦੀ ਥਾਂ ਹਿੰਦੂਆਂ ਅਤੇ ਜੋ ਫੜੇ ਹੋਏ ਸਿੱਖ ਆਉਣ, ਉਹਨਾਂ ਨੂੰ ਲਗਾਇਆ ਜਾਵੇ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦੇ 196 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।